स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ KEI ਵਾਰਸ ਐਂਡ ਕੇਬਲਸ। ਵਿਚਾਰ ਤਕਰਾਰ, ਚੋਣਾਂ ਦਾ ਮੌਸਮ ਆ ਗਿਆ ਤੇ ਨਾਲ ਹੀ ਮੌਸਮ ਆ ਗਿਆ ਦਾਅਵਿਆਂ ਦਾ, ਵਾਅਦਿਆਂ ਦਾ। ਵੱਖ-ਵੱਖ ਪਾਰਟੀਆਂ, ਵੱਖ-ਵੱਖ ਦਾਅਵੇ, ਵੱਖ-ਵੱਖ ਵਾਅਦੇ। ਮੌਜੂਦਾ ਸੱਤਾਧਾਰੀ ਧਿਰ ਕਹਿੰਦੀ ਹੈ ਕਿ ਜੋ ਅਸੀਂ ਦੇ ਰਹੇ ਹਾਂ ਉਹ ਬਹੁਤ ਵਧੀਆ ਦੇ ਰਹੇ ਹਾਂ, ਜਿਨ੍ਹਾਂ ਹਾਲਾਤਾਂ ਦੇ ਵਿੱਚ ਦੇ ਰਹੇ ਹਾਂ ਉਹ ਬਹੁਤ ਵਧੀਆ ਦੇ ਰਹੇ ਹਾਂ। ਜਿਹੜੀਆਂ ਵਿਰੋਧੀ ਪਾਰਟੀਆਂ ਸੱਤਾ ਤੋਂ ਬਾਹਰ ਹੁੰਦੀਆਂ ਨੇ ਉਹ ਹੋਰ ਜ਼ਿਆਦਾ ਵੱਡੇ ਦਾਅਵੇ ਕਰਦੀਆਂ ਨੇ। ਉਸੇ ਤਰ੍ਹਾਂ ਜਿਹੜੇ ਦਾਅਵੇ 2017 ਦੇ ਵਿੱਚ ਕੀਤੇ ਗਏ ਸੀਗੇ। ਪੰਜਾਬ ਦੇ ਵਿੱਚ ਬਿਜਲੀ ਇੱਕ ਅਹਿਮ ਮੁੱਦਾ ਰਿਹਾ ਪਿਛਲੀ ਸਿਆਸਤ ਦੇ ਵਿੱਚ ਵੀ, ਪਿਛਲੀ ਸਰਕਾਰ ਵੇਲੇ ਵੀ ਔਰ ਹੁਣ ਦੀ ਸਰਕਾਰ ਵੇਲੇ ਵੀ, ਪਿਛਲੀਆਂ ਚੋਣਾਂ ਦੇ ਵਿੱਚ ਵੀ, ਹੁਣ ਦੀਆਂ ਚੋਣਾਂ ਦੇ ਵਿੱਚ ਵੀ। ਪਾਵਰ ਇੱਕ ਵੱਡਾ ਮੁੱਦਾ ਰਿਹਾ। ਪਿਛਲੀ ਸਰਕਾਰ ਇਹ ਕਹਿੰਦੀ ਰਹੀ ਕਿ ਅਸੀਂ ਸੂਬੇ ਨੂੰ ਪਾਵਰ ਸਰਪਲਸ ਬਣਾ ਦਿੱਤਾ। ਇੱਕ ਉਹ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ 8-8 ਘੰਟੇ ਦੇ ਕੱਟ ਲੱਗਦੇ ਸੀ, ਪਰ ਹੁਣ ਪੰਜਾਬ ਬਿਜਲੀ ਸਰਪਲਸ ਵਾਲਾ ਸੂਬਾ ਹੈ। 1 ਮਿੰਟ ਵੀ ਬਿਜਲੀ ਜਾਂਦੀ ਨਹੀਂ ਹੈ। ਦੂਜੇ ਪਾਸੇ ਵਿਰੋਧੀ ਧਿਰਾਂ, ਹੁਣ ਦੀਆਂ ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਮਹਿੰਗੀ ਬਿਜਲੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਮਿਲ ਰਹੀ ਹੈ। ਮੌਜੂਦਾ ਸੱਤਾਧਾਰੀ ਧਿਰ ਨੇ ਵਾਅਦਾ ਕੀਤਾ ਸੀ ਸਸਤੀ ਬਿਜਲੀ ਦੇਣ ਦਾ, 5 ਰੁਪਏ ਪ੍ਰਤੀ ਯੂਨਿਟ ਉਦਯੋਗਿਕ ਘਰਾਣੇ ਵਾਲਿਆਂ ਨੂੰ ਦੇਣ ਦਾ, ਪਰ ਕੀ 5 ਰੁਪਏ ਉਹ ਦਿੱਤਾ ਗਿਆ? ਅੱਜ ਪੰਜਾਬ ਦੇ ਲੋਕਾਂ ਦੇ ਘਰਾਂ ਦਾ ਬਿੱਲ ਦੇਖੋ ਕਿੰਨਾ ਆ ਰਿਹਾ ਹੈ। 10 ਤੋਂ ਲੈ ਕੇ 12 ਰੁਪਏ ਤੱਕ ਪ੍ਰਤੀ ਯੂਨਿਟ ਅਦਾ ਕਰਨੇ ਪੈਂਦੇ ਨੇ। ਅਜਿਹੇ ਦੇ ਵਿੱਚ ਵਿਰੋਧੀ ਧਿਰਾਂ ਦਾਅਵਾ ਕਰ ਰਹੀਆਂ ਨੇ ਕਿ ਜੇ ਸਾਨੂੰ ਤੁਸੀਂ ਚੁਣਦੇ ਹੋ ਤਾਂ ਸਸਤੀ ਬਿਜਲੀ ਜ਼ਰੂਰ ਦੇਵਾਂਗੇ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ ਮਹਿਮਾਨਾਂ ਦੇ ਨਾਲ। एडवोकेट अमरदीप सिंह धारनी साहब मौजूद ने, बुलार ने श्रोमणी अकाली दल के। एडवोकेट गुविंदर मित्तल साहब बुलार ने आम आदमी पार्टी के। प्रतपाल सिंह बलीवाल साहब बुलार ने पंजाब कांग्रेस से। रजिंदर भंडारी साहब बुलार ने पंजाब बीजेपी के और फॉर्मर प्रेजिडेंट भी रहे हैं पंजाब के। बहुत बहुत स्वागत है सारे मेहमानों का। शुरुआत बलीवाल साहब मैं थोड़े तो ही करांगा। दोवें विरोधी धिरां अज बिजली के मुद्दे ते तुहानूं घेर रहीआं ने। एक कहती है कि जिवें दिल्ली दे विच असीं फ्री बिजली कर दी है उवें बिजली असीं फ्री कर देंगे, क्योंकि हाकार मची पई है पंजाब दे विच। सब तो महंगी बिजली तुसीं दे रहे हो। तुसीं दावा कीता सी सस्ती बिजली दांगे, पर वो दावा पूरा नहीं कीता तुसीं। दूजी पार्टी कहती है कि रेट असीं अद्धे कर देवांगे बिजली दे जेकर साडी सरकार आ जाती है। दावा तो इत्थों तक किया जा रहा है कि बिजली सरपलस वाला सूबा होवे फिर भी बिजली इन्नी महंगी। गल हरप्रीत जी बहुत वाजिब क्वेश्चन है ये। बिजली महंगी है, हाँ। मेरे घर नूं भी उन्नी महंगी आ रही है जिन्नी बाकियां दे नूं आउंदी है जी। सेम टैरिफ है। पर मैं कुछ गल्लां दसणियां चाहुंदा वां ਜਿਹੜੇ ਆਮ ਆਦਮੀ ਪਾਰਟੀ ਵਾਲੇ ਸਾਡੇ ਤੇ ਦੋਸ਼ ਲਾਉਂਦੇ ਆ ਤੇ ਜਿਹੜੇ ਅਕਾਲੀ ਦਲ ਵਾਲੇ ਲਾਉਂਦੇ ਨੇ। ਸਾਡਾ ਬਿਜਲੀ ਦਾ ਬਜਟ ਜਿਹੜਾ ਪੰਜਾਬ ਦਾ ਹੈਗਾ ਉਹ ਅੱਜ ਜਾਰੀ ਕੀਤਾ ਗਿਆ, ਉਹ 36,767 ਕਰੋੜ ਰੁਪਏ ਦਾ ਹੈਗਾ PSPCL ਦਾ, ਜਿਸ ਚ 14,500 ਕਰੋੜ ਰੁਪਏ ਅਸੀਂ ਸਬਸਿਡੀ ਦਿੰਦੇ ਹਾਂ। ਔਰ 14 ਲੱਖ ਕਿਸਾਨਾਂ ਦੇ ਟਿਊਬਵੈਲ ਵੀ ਆਉਂਦੇ ਨੇ। ਸਾਡੇ 2817 ਕਰੋੜ ਇੰਡਸਟਰੀ ਨੂੰ ਵੀ ਸਬਸਿਡੀ ਜਾਂਦੀ ਹੈ ਤੇ ਗਰੀਬ ਪਰਿਵਾਰਾਂ ਨੂੰ 1623 ਕਰੋੜ ਰੁਪਏ ਦੀ ਸਬਸਿਡੀ ਜਾਂਦੀ ਹੈ। ਇਹ ਸਾਰਾ ਸੈਗਰੀਗੇਸ਼ਨ ਪੰਜਾਬ ਦੀ ਸਰਕਾਰ ਕਰ ਰਹੀ ਹੈ। ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਦਿੱਲੀ ਵਾਲੇ, ਉਹ ਸਾਰੀ 2700 ਕਰੋੜ ਰੁਪਏ ਦੀ ਬਿਜਲੀ ਫ੍ਰੀ ਦਿੰਦੇ ਆ ਦਿੱਲੀ ਦੇ ਵਿੱਚ। ਜਨਸੰਖਿਆ ਬਰਾਬਰ ਜੀ ਦੀ ਹੈ ਤੇ ਉਹ ਕੁਐਸਚਨ ਕਰਨ ਵਾਜਬ ਨਹੀਂ ਲੱਗਦਾ। 500 ਗੁਣਾ ਅਸੀਂ ਵੱਧ ਸਬਸਿਡੀ ਇੱਥੇ ਲੋਕਾਂ ਨੂੰ ਫ੍ਰੀ ਬਿਜਲੀ ਦੀ ਦਿੰਦੇ ਆ। ਤੁਹਾਨੂੰ ਕੀ ਸਿਖਾਉਣਗੇ? ਇਹ ਤਾਂ ਬੋਲਣ ਜੋਗੇ ਹੈ ਨਹੀਂਗੇ। ਸੋ ਕਿਤੇ ਨਾ ਕਿਤੇ ਉਹ ਗੱਲਾਂ ਹੈਗੀਆਂ ਨੇ। ਤੇ ਦੂਜੇ ਮੇਰੇ ਜਿਹੜੇ 50% ਵਾਲੇ ਕਰਨ ਵਾਲੀ ਕਰਦੇ ਨੇ, ਉਹਨਾਂ ਨੂੰ ਮੇਰਾ ਸਵਾਲ ਨੇ ਕੁਝ ਉਹ ਜਿਹੜੇ, ਚਾਹੇ ਉਹ PPA ਮਾਡਲ ਦੀ ਆਪਾਂ ਬਾਰ-ਬਾਰ ਕਰਦੇ ਆ, ਪਾਵਰ ਪਰਚੇਸ ਐਗਰੀਮੈਂਟਸ ਨੂੰ ਕੀਤੇ, ਕੀ ਕੀਤਾ, ਕੀ ਸ਼ਰਤਾਂ ਹੋਈਆਂ, ਉਹ ਆਪਾਂ ਬਹੁਤ ਵਾਰ ਡਿਸਕਸ ਆਊਟ ਕਰਤੇ ਤੇ ਉਹਦੇ ਕਰਕੇ ਹੀ ਬਿਜਲੀ ਅੱਜ ਦੀ ਡੇਟ ਮਹਿੰਗੀ ਹੈ, ਜਿਹੜੀ ਕਿ ਅਸੀਂ ਵੀ ਕੋਸ਼ਿਸ਼ ਕੀਤੀ ਔਰ ਤੇ ਵਾਈਟ ਪੇਪਰ ਲਿਆ ਰਹੇ ਹਾਂ ਜਲਦ। ਤੇ ਉਮੀਦ ਹੈ ਮੈਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਘਟਾਇਆ ਜਾਊਗਾ ਤੇ ਹੋਰ ਕਿੰਨਾ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰਦੀ ਹੈ ਉਹ ਸਾਰੀਆਂ ਦੱਸੀਆਂ ਜਾਊਗਾ। ਮੈਂ ਹੁਣ ਇਹਨਾਂ ਨੂੰ ਇਹ ਵੀ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਕਿ ਇਹਨਾਂ ਦੇ ਤੁਸੀਂ ਦੋਵਾਂ ਪਾਰਟੀਆਂ ਨੂੰ ਜਵਾਬ ਦਿੱਤਾ, ਪਰ ਆਪਣੀ ਜਵਾਬਦੇਹੀ ਤੁਹਾਡੀ ਕਿੱਥੇ ਹੈ? 4.5 ਸਾਲ ਲਗਭਗ ਹੋਣ ਵਾਲੇ ਨੇ। 4.5 ਸਾਲਾਂ ਦੇ ਵਿੱਚ ਆਪਣੇ ਸੂਬੇ ਦੀ ਜਨਤਾ ਤੁਹਾਡੇ ਵਾਈਟ ਪੇਪਰ ਨੂੰ ਉਡੀਕ ਰਹੀ ਹੈ। ਪਹਿਲੇ ਆਂਦਾ ਸਰ ਤੁਸੀਂ ਕਿਹਾ ਸੀ ਵਾਈਟ ਪੇਪਰ ਲੈ ਕੇ ਆਵਾਂਗੇ, 4.5 ਸਾਲਾਂ ਦੇ ਵਿੱਚ ਤੁਹਾਡੇ ਤੋਂ ਵਾਈਟ ਪੇਪਰ ਤਿਆਰ ਨਹੀਂ ਹੋਇਆ। ਦੂਜਾ ਮੈਂ ਕਹਿੰਦਾ ਘਪਲਾ ਕੀਤਾ ਹੋਣਾ, ਕਰੋੜਾਂ ਰੁਪਏ ਦੀ ਠੱਗੀ ਕੀਤੀ ਹੋਣੀ ਹੈ ਪਿਛਲੀ ਸਰਕਾਰ ਨੇ। 4.5 ਸਾਲਾਂ ਦੇ ਵਿੱਚ ਕੋਈ ਇੱਕ ਤਾਂ ਕੰਮ ਦੱਸੋ, ਇੱਕ ਤਾਂ ਗਲਤੀ ਦੱਸੋ, ਇੱਕ ਤਾਂ ਟੈਂਡਰ ਕੈਂਸਲ ਦੱਸੋ, ਇੱਕ ਤਾਂ ਤੁਸੀਂ ਦੱਸੋ ਕਿ ਤੁਸੀਂ ਇਹ ਫਰਾਡ ਫੜ ਲਿਆ ਤੇ ਉਸ ਫਰਾਡ ਕਰਕੇ ਬਿਜਲੀ ਮਹਿੰਗੀ ਮਿਲ ਰਹੀ ਸੀ। ਇਹਨਾਂ ਦੋਵੇਂ ਗੱਲਾਂ ਦਾ ਜਵਾਬ ਦੇ ਦਿਓ। ਗੱਲ ਇਹ ਆ ਹਰਪ੍ਰੀਤ ਜੀ, ਜਿਹੜੇ ਐਗਰੀਮੈਂਟ ਕੀਤੇ ਜਾਂਦੇ ਸਮੇਂ ਦੀ ਸਰਕਾਰ ਸੀ ਉਸ ਵੇਲੇ ਉਹ ਪੰਜਾਬ ਗਵਰਨਮੈਂਟ ਹੀ ਵੱਜਦੀ ਸੀਗੀ, ਚਾਹੇ ਉਹ ਅਕਾਲੀ ਦਲ ਦੀ ਸੀਗੀ। ਉਹਨੇ ਪੰਜਾਬ ਸਰਕਾਰ ਦੀ ਮੋਹਰ ਲਾ ਕੇ ਜਿਹੜੀ ਉਹ ਕੰਪਨੀਆਂ ਨਾਲ ਸਾਈਨਿੰਗ ਕੀਤੀ ਹੈ ਉਹਨੂੰ ਤੋੜਨਾ, ਅਗਰ ਅੱਜ ਦੀ ਡੇਟ ਅਸੀਂ ਤੋੜਦੇ ਹਾਂ ਉਹਦੇ ਨਾਲ 45,000 ਕਰੋੜ ਰੁਪਇਆ ਸਾਨੂੰ ਉਹ ਕੰਪਨੀਆਂ ਨੂੰ ਵਾਪਸ ਕਰਨਾ ਪਊਗਾ ਇਮੀਡੀਏਟਲੀ ਇਫੈਕਟ ਦੇ ਨਾਲ। ਉਹਦੇ ਤੇ ਅਸੀਂ ਕਾਨੂੰਨੀ ਪਹਿਲੂਆਂ ਦੀ ਵੀ ਰਾਏ ਲਈ ਹੈ ਤੇ ਕੀ ਕੁਝ ਕਰਕੇ ਅਸੀਂ ਕਰ ਸਕਦੇ ਹਾਂ
ਉਸ ਤੇ ਪ੍ਰੋਪਰ ਚੱਲਦੀ ਪਈ ਹੈ ਸਾਡੀ ਮੋਨਿਟਰਿੰਗ ਤੇ ਸਾਨੂੰ ਉਮੀਦ ਹੈ ਸਾਡੇ ਪ੍ਰਦੇਸ਼ ਦੇ ਪ੍ਰਧਾਨ ਸਾਡੇ 4 ਸਾਲਾਂ ਦੇ ਵਿੱਚ ਆਪਾਂ ਬਲੀਵਲ ਸਾਹਿਬ ਮੇਰੀ ਗੱਲ ਦਾ ਜਵਾਬ ਸੁਣ ਲਓ। ਤੁਸੀਂ ਇਹ ਮੰਨ ਕੇ ਨਾ ਚੱਲੋ ਕਿ ਤੁਹਾਡੀ ਸਰਕਾਰ ਨੂੰ ਆਇਆ 6 ਮਹੀਨੇ ਹੋਏ ਨੇ, ਤੁਹਾਡੀ ਸਰਕਾਰ ਨੂੰ 4.5 ਸਾਲ ਹੋ ਗਏ ਨੇ। ਇਹ ਗੱਲਾਂ ਉਦੋਂ ਤੱਕ ਵਾਜਬ ਲੱਗਦੀਆਂ ਜੇ 6 ਮਹੀਨੇ ਹੋਏ ਹੋਣ ਕਿ ਅਸੀਂ ਹੁਣੇ ਆਏ ਆ, ਅਸੀਂ ਕਰ ਰਹੇ ਹਾਂ, ਅਸੀਂ ਤੁਹਾਡਾ ਸਾਥ ਦਿੰਦੇ, ਅਸੀਂ ਸੁਣਦੇ ਰਹੇ, ਅਸੀਂ ਇਸ ਗੱਲ ਦਾ ਭਰੋਸਾ ਕੀਤਾ ਤੁਹਾਡੇ ਤੇ ਕਿ ਠੀਕ ਹੈ ਤੁਸੀਂ ਹੁਣੇ ਆਏ ਹੋ, ਕਰੋਗੇ। 4.5 ਸਾਲ ਬਾਅਦ ਵੀ ਜੇਕਰ ਤੁਸੀਂ ਇਹ ਕਹੋ ਨਾ ਕਿ ਅਸੀਂ ਕਰ ਰਹੇ ਹਾਂ, ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ, ਫਿਰ ਤੁਹਾਡੇ ਤੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ 4.5 ਸਾਲ ਤੁਸੀਂ ਸੁੱਤੇ ਰਹੇ। ਹਲੇ ਆ ਹਰਪ੍ਰੀਤ ਜੀ, ਸਰਕਾਰ 5 ਸਾਲ ਦੇ ਸਮੇਂ ਲਈ ਹੁੰਦੀ ਹੈ ਤੇ 5 ਸਾਲ ਹਜੇ ਬਾਕੀ ਪਏ ਨੇ। ਜਦੋਂ 5 ਸਾਲ ਤੱਕ ਗੱਲ ਪਹੁੰਚੂਗੀ ਉਦੋਂ ਅਸੀਂ ਇਸ ਚੀਜ਼ ਦਾ ਜਵਾਬ ਦੇਵਾਂਗੇ ਅਸੀਂ ਕੀਤਾ ਕੀ ਹੈ। ਬਿਲਕੁਲ ਲੈ ਕੇ ਆਵਾਂਗੇ ਵਾਈਟ ਪੇਪਰ, ਕਿਉਂ ਸਾਡੇ ਪ੍ਰਧਾਨ ਜੀ ਤੁਹਾਡੀ ਨਾ ਆਵਾਜ਼ ਕੱਟ ਰਹੀ ਹੈ, ਆਵਾਜ਼ ਕੱਟ ਰਹੀ ਹੈ ਬਲੀਵਲ ਸਾਹਿਬ। ਮੈਂ 1 ਮਿੰਟ ਵਾਪਸ ਆਣਾ, ਤੁਹਾਡੀ ਆਵਾਜ਼ ਕੱਟ ਰਹੀ ਹੈ। ਮੈਂ ਇੱਕ ਸਵਾਲ ਵੱਡਾ ਜ਼ਰੂਰ ਖੜਾ ਹੁੰਦਾ। ਤੁਸੀਂ ਇਹ ਕਹਿ ਰਹੇ ਹੋ ਕਿ 5 ਸਾਲ ਲਈ ਸਰਕਾਰ ਤੁਹਾਡੀ ਚੁਣੀ ਗਈ ਹੈ, 4.5 ਸਾਲ ਬਿਜਲੀ ਦੇ ਰੇਟ ਜਿਹੜੇ ਨੇ ਵੱਧ ਕੇ ਲੋਕਾਂ ਨੂੰ ਮਿਲਦੇ ਰਹੇ, ਮਤਲਬ 4.5 ਸਾਲ 'ਚ ਤੁਸੀਂ ਕੁਝ ਨਹੀਂ ਕੀਤਾ, 4 ਸਾਲਾਂ 'ਚ ਤੁਸੀਂ ਕੁਝ ਨਹੀਂ ਕੀਤਾ, ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਕਰ ਦੇਵਾਂਗੇ। ਇਸ ਲਈ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਤੁਸੀਂ ਵਾਅਦੇ ਲੋਕਾਂ ਨਾਲ ਕਰਦੇ ਹੋ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਆਹ ਬਿਜਲੀ ਦੇ ਘੁਟਾਲਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, 4 ਸਾਲਾਂ ਦੇ ਵਿੱਚ ਤੁਸੀਂ ਕੁਝ ਸਾਬਤ ਨਹੀਂ ਕਰ ਪਾਏ, ਹੁਣ 1 ਸਾਲ ਦੇ ਵਿੱਚ ਅਜਿਹਾ ਕੀ ਹੋ ਜਾਏਗਾ ਜੋ ਤੁਸੀਂ ਸਾਬਤ ਕਰ ਦੋਗੇ? ਆਮ ਆਦਮੀ ਪਾਰਟੀ ਤੋਂ ਵੀ ਇੱਕ ਸਵਾਲ, ਮਿੱਤਲ ਸਾਹਿਬ, ਜਿਵੇਂ ਦਾਅਵਾ ਇਹ ਕਰਦੇ ਨੇ ਕਿ 500% ਵੱਧ ਅਸੀਂ ਬਿਜਲੀ ਮੁਫਤ ਦਿੰਦੇ ਆ, ਤੇ ਤੁਸੀਂ ਦਾਅਵਾ ਕਿੱਥੇ ਕਰਦੇ ਹੋ ਕਿ ਪੰਜਾਬ ਦੇ ਵਿੱਚ ਤੁਸੀਂ ਬਿਜਲੀ ਮੁਫਤ ਦੇ ਦੋਗੇ? ਇੱਕ ਛੋਟਾ ਜਿਹਾ ਰੇਸ਼ੋ ਹੈ ਦਿੱਲੀ ਦੇ ਵਿੱਚ ਤੁਸੀਂ ਮੁਫਤ ਬਿਜਲੀ ਦਾ ਦਿੰਦੇ ਹੋ। ਇਹ ਕਾਂਗਰਸ ਤੁਹਾਡੇ ਸਾਹਮਣੇ ਦਾਅਵਾ ਕਰ ਰਹੀ ਹੈ ਕਿ 500% ਵੱਧ ਬਿਜਲੀ ਅਸੀਂ ਫ੍ਰੀ ਦਿੰਦੇ ਆ। ਤੁਹਾਡਾ ਦਾਅਵਾ ਤਾਂ ਕਿਤੇ ਸਟੈਂਡ ਹੀ ਨਹੀਂ ਕਰਦਾ। ਫਿਰ ਦੇਖੋ ਹਰਪ੍ਰੀਤ ਜੀ, ਗੱਲ ਇਹ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ, ਗੱਲ ਇਹ ਹੈ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਪਬਲਿਕ ਨਾਲ ਵਾਅਦੇ ਕੀ ਕਰਦੇ ਹੋ ਔਰ ਉਹਨਾਂ ਵਾਅਦਿਆਂ ਦੇ ਉੱਤੇ ਬਾਅਦ ਦੇ ਵਿੱਚ ਤੁਸੀਂ ਕਿੰਨਾ ਕੁ ਖਰਾ ਉਤਰਦੇ ਹੋ। ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਤੀਜੀ ਵਾਰ ਦਿੱਲੀ ਦੇ ਵਿੱਚ ਸਰਕਾਰ ਬਣਾਈ ਔਰ ਐਗਜ਼ਾਮਪਲ ਸੈੱਟ ਕੀਤੀ ਆ ਕਿ ਆਪਣੇ ਜਿੰਨੇ 100% ਵਾਅਦੇ ਪੂਰੇ ਕੀਤੇ ਨੇ, ਚਾਹੇ ਉਹ ਹੈਲਥ ਦਾ ਮਾਮਲਾ ਹੋਵੇ, ਐਜੂਕੇਸ਼ਨ ਦਾ ਹੋਵੇ, ਚਾਹੇ ਬਿਜਲੀ ਦਾ ਮਾਮਲਾ ਹੋਵੇ, ਚਾਹੇ ਪਾਣੀ ਦਾ ਮਾਮਲਾ ਹੋਵੇ, ਚਾਹੇ ਔਰਤਾਂ ਨੂੰ ਫ੍ਰੀ ਰਾਈਡ ਦੀ ਗੱਲ ਹੋਵੇ। ਅਸੀਂ ਕਿਹਾ ਕਿ ਦਿੱਲੀ ਦੇ ਵਿੱਚ ਅਸੀਂ ਫ੍ਰੀ ਬਿਜਲੀ ਦੇਵਾਂਗੇ, ਅਸੀਂ ਦਿੱਤੀ ਆ। ਅਸੀਂ ਕਿਹਾ ਕਿ ਅਸੀਂ ਆਡਿਟ ਕਰਾਵਾਂਗੇ, ਅਸੀਂ ਆਡਿਟ ਕਰਵਾਇਆ ਕੰਪਨੀਆਂ ਦਾ। ਉੱਥੇ 8000 ਕਰੋੜ ਰੁਪਏ ਦੇ ਵਿੱਚ ਬਿਜਲੀ ਕੰਪਨੀਆਂ ਸਰਪਲਸ ਚੱਲ ਰਹੀਆਂ ਨੇ, ਜਦੋਂ ਕਿ ਪਹਿਲੀ ਕਾਂਗਰਸ ਸਰਕਾਰ ਵੇਲੇ ਸ਼ੀਲਾ ਦੀਕਸ਼ਿਤ ਦੇ ਟਾਈਮ ਦੇ ਵਿੱਚ ਲੋਕਾਂ ਨੂੰ 5 ਤੋਂ ਲੈ ਕੇ 10-10 ਹਜ਼ਾਰ ਤੱਕ ਦੇ ਬਿੱਲ ਆਉਂਦੇ ਰਹੇ ਨੇ। ਉਦੋਂ ਜਦੋਂ ਰੇਟ ਵੱਧਦੇ ਸੀ ਉਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਬਿਜਲੀ ਕੰਪਨੀਆਂ ਘੱਟ 'ਚ ਚੱਲ ਰਹੀਆਂ ਨੇ, ਇਸ ਕਰਕੇ ਅਸੀਂ ਰੇਟ ਵਧਾਵਾਂਗੇ। ਪਰ ਜਦੋਂ ਸਾਡੀ ਸਰਕਾਰ ਬਣੀ ਅਸੀਂ ਉਹਨਾਂ ਦਾ ਆਡਿਟ ਕਰਵਾਇਆ, 8000 ਕਰੋੜ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਪਲਸ ਪਿਆ, ਤਾਂ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਨੇ ਕਿਹਾ ਕਿ ਅਸੀਂ ਰੇਟ ਨਹੀਂ ਵਧਣ ਦੇਵਾਂਗੇ ਕਿਉਂਕਿ ਤੁਹਾਨੂੰ ਰੇਟ ਵਧਾਉਣ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਉਹ ਹਾਈ ਕੋਰਟ 'ਚ ਚਲੇ ਗਏ, ਉਹਨਾਂ ਨੇ ਸਟੇ ਲੈ ਲਿਆ, ਸੁਪਰੀਮ ਕੋਰਟ 'ਚ ਮੈਟਰ ਪੈਂਡਿੰਗ ਹੈ ਉਸ ਆਡਿਟ ਦਾ ਵੀ। ਪਰ ਮੈਂ ਗੱਲ ਇਹ ਕਰਦਾ ਕਿ ਕਾਂਗਰਸ ਸਰਕਾਰ ਨੇ ਜਿਹੜੇ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ, ਉਹਨਾਂ ਦਾ ਪੇਜ ਨੰਬਰ 96, ਪੇਜ ਨੰਬਰ 97 ਤੇ ਪੇਜ ਨੰਬਰ 98 ਉਹਨਾਂ ਦਾ ਮੈਨੀਫੈਸਟੋ ਆ। ਬਈਆਲ ਸਾਹਿਬ ਜਵਾਬ ਦੇ ਦੇਣ, ਇਹਨਾਂ 'ਚ 4-5 ਵੱਡੇ ਪ੍ਰੋਮਿਸਿਸ ਨੇ ਜਿਹੜੇ ਕਿ ਮੈਂ ਇਹਨਾਂ ਨੂੰ ਪੜ੍ਹ ਕੇ ਦੱਸ ਦੇਣਾ। ਸਿਰਫ ਬਿਜਲੀ ਨਾਲ ਸੰਬੰਧਿਤ ਰੱਖਿਓ, ਹੋਰ ਅੱਗੇ ਪਿੱਛੇ ਨਾ ਜਾਓ। ਸਰ ਜਿਹੜਾ ਪੇਜ ਨੰਬਰ 96 ਤੋਂ 98 ਬਿਜਲੀ ਨਾਲ ਹੀ ਹੈ, ਪਾਵਰ ਰਿਫਾਰਮ ਦੀ ਮੈਂ ਗੱਲ ਕਰ ਰਿਹਾ। ਇਹਦੇ 'ਚ ਪਹਿਲਾ ਜਿਹੜਾ ਇਹਨਾਂ ਦਾ ਵਾਅਦਾ ਹੈਗਾ ਉਹ ਅਫੋਰਡੇਬਲ ਪਾਵਰ ਸਪਲਾਈ will be taken to all the sectors, domestic, trade, business and industry। ਹੁਣ ਮੈਨੂੰ ਤੁਸੀਂ ਦੱਸੋ, ਇੰਡਸਟਰੀ ਨੂੰ ਮਿਲਿਆ, ਟ੍ਰੇਡ ਨੂੰ ਮਿਲਿਆ? ਆਉਣ ਸਾਰ ਜਦੋਂ ਸਰਕਾਰ ਬਣੀ 2017 ਦੇ ਵਿੱਚ ਅਪ੍ਰੈਲ 'ਚ ਰੇਟ ਵਧਾਤੇ। ਦੂਜਾ ਵਾਅਦਾ, ਟੈਰਿਫ ਫॉर ਇੰਡਸਟਰੀ will be frozen for 5 years। ਹੋਇਆ ਪ੍ਰੋਮਿਸ ਪੂਰਾ ਨਹੀਂ ਹੁਆ। ਇਲੈਕਟ੍ਰਿਸਿਟੀ ਡਿਊਟੀ ਔਨ ਇੰਡਸਟਰੀ ਵਿਲ ਬੀ ਰਿਡਿਊਸਡ ਬਾਈ 10%। ਦੱਸੋ ਜੀ, ਇੰਡਸਟਰੀ ਦੇ ਉੱਤੇ 10% ਡਿਊਟੀ ਘਟਾਈ ਗਈ ਆ? ਨਹੀਂ ਘਟਾਈ ਗਈ। ਟ੍ਰਾਂਸਪੇਰੈਂਸੀ ਇਨ ਆਪਰੇਸ਼ਨਸ ਆਫ ਪਾਵਰਕਾਮ ਵਿਲ ਬੀ ਇਨਸ਼ੋਰਡ ਬਾਈ ਥਰਡ ਪਾਰਟੀ ਪ੍ਰੀ ਆਡਿਟ ਦ ਆਪਰੇਸ਼ਨ ਆਫ ਪਾਵਰਕਾਮ ਫॉर ਦੀ ਲਾਸਟ 5 ਇਅਰਸ ਵਿਲ ਬੀ। ਕੱਲਾ ਆਡਿਟ ਨਹੀਂ ਆ, ਪਿਛਲੇ 5 ਸਾਲ ਦਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਕਿ ਕਿੱਥੇ ਪ੍ਰੋਬਲਮ ਆਈ, ਕਿ ਮਤਲਬ ਕਿਉਂ ਰੇਟ ਵਧੇ, ਕਿਉਂ ਪੀਪੀਐਸ ਹੋਏ, ਉਹ ਇਨਵੈਸਟੀਗੇਸ਼ਨ ਹੋਈ ਨਹੀਂ ਹੋਈ। ਐਗਜ਼ਿਸਟਿੰਗ ਪੀਪੀਐਸ ਬਿਲ ਰੀਨੈਗੋਸ਼ੀਏਟਡ ਟੂ ਇਨਸ਼ੋਰ ਦਾ ਲੋ ਕਾਸਟ ਪਾਵਰ। ਤੁਸੀਂ ਇਹ ਦਾਅਵਾ ਕਰਦੇ ਹੋ ਕਿ ਤੁਸੀਂ ਸਭ ਕੁਝ ਕਰੋਗੇ? ਸਭ ਕੁਝ ਕਰਾਂਗੇ। ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਤੇ ਐਕਸ਼ਨ ਵੀ ਹੋਊਗਾ, ਕ੍ਰਿਮੀਨਲ ਲਾਇਬਿਲਿਟੀ ਵੀ ਫਿਕਸ ਹੋਊਗੀ, ਇਕਨੋਮਿਕਲ ਲਾਇਬਿਲਿਟੀ ਵੀ ਫਿਕਸ ਹੋਊਗੀ, ਸਟੇਟ ਕਿਦਾਂ ਲਾਸ ਚਲਾ ਗਿਆ, ਇਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਔਰ ਆਮ ਆਦਮੀ ਪਾਰਟੀ ਕੋਲੇ ਇੰਟੈਂਸ਼ਨ ਹੈ, ਨੀਅਤ ਹੈ, ਇਰਾਦਾ, ਔਰ ਆਮ ਆਦਮੀ ਪਾਰਟੀ ਹੀ ਕਰੂਗੀ, ਕਾਂਗਰਸ ਨੇ ਨਹੀਂ ਕਰਨਾ। ਇੱਕ ਮਿੰਟ ਮਿੱਤਲ ਸਾਹਿਬ, ਤੁਸੀਂ ਕੰਪੈਰੀਜ਼ਨ ਕਿਵੇਂ ਕਰ ਸਕਦੇ ਹੋ? ਦਿੱਲੀ ਦਾ ਪੰਜਾਬ ਦੇ ਨਾਲ ਕੰਪੈਰੀਜ਼ਨ ਕਿਵੇਂ ਹੋ ਸਕਦਾ? ਇੱਕ ਲੌਜੀਕਲੀ ਦੱਸੋ ਨਾ, ਲੌਜੀਕਲੀ ਦੱਸੋ। ਇੱਕ ਅਜਿਹਾ ਸੂਬਾ ਜਿਹਦਾ ਸਰਪਲਸ ਬਜਟ ਹੁੰਦਾ, ਦਿੱਲੀ ਵਰਗਾ ਜਿਹਦਾ ਸਰਪਲਸ ਬਜਟ ਹੈਗਾ ਇੱਕ ਯੂਟੀ ਦਾ, ਉਹਦੇ ਕੋਲ ਜਿਹੜਾ ਤੁਸੀਂ ਸਬਸਿਡੀ ਦੀ ਗੱਲ ਕਰਦੇ ਹੋ 2700 ਕਰੋੜ ਰੁਪਏ ਦੀ ਤੁਸੀਂ ਸਬਸਿਡੀ ਦਿੰਦੇ ਹੋ। ਇੱਕ ਪੰਜਾਬ ਸੂਬਾ ਜਿਹੜਾ ਹਮੇਸ਼ਾ ਹੀ ਘਾਟੇ ਵਾਲਾ ਬਜਟ ਜਿਹਦਾ ਰਹਿੰਦਾ ਹੈ, ਜਿਹਦੀ ਸਰਪਲਸ ਬਿਜਲੀ ਹੋਣ ਦੇ ਬਾਵਜੂਦ ਵੀ ਜਿਹੜੀ ਦਿੱਤੀ ਜਾਂਦੀ ਹੈ, ਮੁਫਤ ਬਿਜਲੀ ਦਿੱਤੀ ਜਾਂਦੀ ਹੈ, 500 ਗੁਣਾ ਵੱਧ ਦਿੱਤੀ ਜਾਂਦੀ ਹੈ, ਉਹਦਾ ਕੰਪੈਰੀਜ਼ਨ ਅਸੀਂ ਕਿਵੇਂ ਕਰ ਸਕਦੇ? ਸਰ ਗੱਲ ਇਹ ਆ, ਗੱਲ ਕੰਪੈਰੀਜ਼ਨ ਦੀ ਨਹੀਂ ਹੈ, ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਕਿ ਗੱਲ ਤੁਹਾਡੀ ਨੀਅਤ ਦੀ ਆ, ਤੁਸੀਂ ਕਰਕੇ ਦਿਖਾਉਣਾ। ਅੱਜ ਇਹਨਾਂ ਚੀਜ਼ਾਂ ਲਈ ਲੈਵਲ ਕੌਣਾ? ਅੱਜ ਬਿਜਲੀ ਕਿਉਂ ਮਹਿੰਗੀ ਹੈ ਪੰਜਾਬ ਦੇ ਅੰਦਰ? ਪੰਜਾਬ ਦੇ ਅੰਦਰ ਬਿਜਲੀ ਕਿਉਂ ਮਹਿੰਗੀ ਹੈ? ਕਿਉਂਕਿ ਬਿਜਲੀ ਦੀ ਚੋਰੀ, ਬਿਜਲੀ ਦੀ ਲੀਕੇਜ, ਠੀਕ ਹੈ ਜੀ। ਫਿਰ ਫਿਕਸਡ ਚਾਰजेस,
ਫਿਰ ਤੁਹਾਡੇ ਪੀਪੀਏਜ਼ ਜਿਹੜੇ ਜਿਹੜੇ ਪ੍ਰਾਈਵੇਟ ਐਗਰੀਮੈਂਟ ਹੋਏ ਨੇਗੇ, ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾਗਾ ਪ੍ਰਾਈਵੇਟ ਸੈਕਟਰ ਨੂੰ ਜਿਹੜੀ ਤੁਸੀਂ ਬਿਜਲੀ ਪਰਚੇਜ਼ ਕਰ ਰਹੇ ਹੋ, ਫਿਰ ਤੁਹਾਡੇ ਜਿਹੜੇ ਲਿਟੀਗੇਸ਼ਨ ਤੁਸੀਂ ਲੂਜ਼ ਕਰ ਲਈ, ਤੁਸੀਂ ਸੁਪਰੀਮ ਕੋਰਟ ਤੱਕ ਦੇ ਜਿਹੜੇ ਹੈਗੇ ਨੇ ਬਿਜਲੀ ਕੰਪਨੀ ਨਾਲ ਕੇਸ ਹਾਰ ਗਏ ਹੋ, ਕਿਹਦੀ ਲਾਇਬਿਲਿਟੀ ਬਣਦੀ ਆ? ਛੱਡੋ ਕੋਲਾ ਧੋਣ ਵਾਲੇ ਕੋਰਟ ਨੇ ਤੇ ਕਹਿੰਦਾ ਕਰੋੜਾਂ ਕੋਲ ਰੁਪਏ ਲੈ ਵਾਸ਼ਿੰਗ ਗਏ। ਕੋਲ ਵਾਸ਼ਿੰਗ ਦਾ ਜਿਹੜਾ ਕੋਲ ਵਾਸ਼ਿੰਗ ਦੇ ਚਾਰजेस ਪੰਜਾਬ ਸਰਕਾਰ ਨੂੰ ਦੇਣੇ ਪੈਣਗੇ, ਉਹ ਵਜਨ ਕਿਹਦੇ ਤੇ ਪਊਗਾ ਆਉਣ ਵਾਲੇ 25 ਸਾਲਾਂ ਤੱਕ? ਉਹ ਲੋਕਾਂ ਤੇ ਵਜਨ ਪੈਣਾ, ਜਨਤਾ ਤੇ ਪੈ ਰਿਹਾ। ਬਲੀਏਵਾਲ ਸਾਹਿਬ, ਜਿਹੜਾ ਤੁਸੀਂ ਦਾਅਵਾ ਕਰਦੇ ਹੋ ਨਾ, ਇੱਕ ਮਿੰਟ ਬਲੀਏਵਾਲ ਸਾਹਿਬ ਤੋਂ ਇੱਕ ਜਵਾਬ ਲਾ। ਬਲੀਏਵਾਲ ਸਾਹਿਬ, ਕਿਤੇ ਨਾ ਕਿਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨੀ ਅਸੀਂ ਸਬਸਿਡੀ ਦੇ ਰਹੇ ਹਾਂ ਉਹਦੇ ਕਰਕੇ ਬਿਜਲੀ ਮਹਿੰਗੀ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਬਿਜਲੀ ਮਹਿੰਗੀ ਦੇ ਕਾਰਨ ਸਬਸਿਡੀ ਨਹੀਂ ਹੈ, ਬਿਜਲੀ ਮਹਿੰਗੀ ਦੇ ਕਾਰਨ ਹੈਗਾ ਲੀਕੇਜ, ਬਿਜਲੀ ਮਹਿੰਗੀ ਦਾ ਕਾਰਨ ਹੈ ਚੋਰੀ ਜਿਹੜੀ ਹੋ ਰਹੀ ਹੈ ਬਿਜਲੀ ਦੀ। ਬਿਜਲੀ ਦੇ ਮਹਿੰਗੇ ਦੇ ਕਾਰਨ ਇਹ ਹੈ ਕਿ ਤੁਹਾਡੇ ਜਿਹੜੇ ਅਦਾਲਤਾਂ 'ਚ ਜਾ ਕੇ ਵਾਰ-ਵਾਰ ਤੁਸੀਂ ਕੇਸ ਹਾਰਦੇ ਹੋ। ਤੁਸੀਂ ਕੋਲਾ ਧੋਣ ਤੇ ਕਰੋੜਾਂ ਰੁਪਏ ਹਾਰ ਗਏ, ਬਣਦਾ ਸੀ ਕੰਪਨੀਆਂ ਪੈਸੇ ਦੇਣ, ਤੇ ਪੱਲਿਓਂ ਪਾ ਰਹੇ ਹੋ ਤੁਸੀਂ, ਪੈਸੇ ਦੇ ਰਹੇ ਹੋ। ਬਿਲਕੁਲ ਠੀਕ ਕਹਿ ਰਹੇ ਨੇ ਇਹ, ਬਿਲਕੁਲ ਠੀਕ ਕਹਿ ਰਹੇ ਆ। ਮੈਂ ਤਾਂ ਇਹਨਾਂ ਨੂੰ ਇੰਨੀ ਨਿੱਕੀ ਯਾਦ ਕਰਾਉਣਾ ਚਾਹੁੰਦਾ ਕਿ ਜਿਹੜੀ ਆਡਿਟਿੰਗ ਦੀ ਗੱਲ ਕਰਦੇ ਪਏ ਆ, ਆਪ ਦੀ ਕਰਾਈ ਸੀਗੀ, ਕੈਗ ਦੀ ਆਡਿਟਿੰਗ ਕਰਾਈ ਨਹੀਂ ਹੈਗੀ, ਤੇ ਦਿੱਲੀ ਦੇ ਵਿੱਚ 8532 ਕਰੋੜ ਰੁਪਏ ਦਾ ਘੁਟਾਲਾ ਵਾ ਇਲੈਕਟ੍ਰਿਸਿਟੀ ਦਾ। ਜਨਤਕ ਹੈ, ਕਿਹੜੀ ਮੈਂ ਕਿਹੜੀ ਝੂਠੀ ਗੱਲ ਕਰਦਾ, ਇੱਥੇ ਕੀ ਹੋ ਰਿਹਾ ਮੈਨੂੰ ਉਹ ਦੱਸਣ ਦੀ ਲੋੜ ਨਹੀਂ। ਮੈਂ ਤਾਂ ਸਿੱਧਾ ਦੱਸਿਆ ਕਿ ਅਸੀਂ 500 ਗੁਣਾ ਤੁਹਾਡੇ ਨਾਲੋਂ ਵੱਧ ਟੈਰਿਫ ਕੀ ਕਹਿੰਦੇ ਲੋਕਾਂ ਨੂੰ ਸਬਸਿਡੀ ਦੇ ਰਹੇ ਹਾਂ, ਫ੍ਰੀ ਬਿਜਲੀ ਦੇ ਰਹੇ ਹਾਂ। ਤੇ ਸੈਕੰਡਲੀ ਗੱਲ ਅਰਵਿੰਦ ਕੇਜਰੀਵਾਲ ਉਹਨਾਂ ਦੀ, ਮੈਂ ਤੁਸੀਂ 5% 5 ਰੁਪਏ ਬਿਜਲੀ ਦੀ ਵੀ ਗੱਲ ਕੀਤੀ, ਤੇ ਇਨਕਰੀਜ਼ ਆਫ ਕੋਲ ਦੇ ਜਿਹੜੇ ਵਾਸ਼ਿੰਗ ਚਾਰजेस ਤੇ ਬਾਕੀ ਚੀਜ਼ਾਂ ਦੀ ਵੀ ਗੱਲ ਕੀਤੀ। ਉਹ ਐਗਰੀਮੈਂਟ ਦਾ ਪਾਰਟ ਹੋਣ ਕਰਕੇ ਪੰਜਾਬ ਕਾਂਗਰਸ ਨੂੰ, ਪੰਜਾਬ ਦੀ ਸਰਕਾਰ ਨੂੰ ਉਹ ਬੀਅਰ ਕਰਨੇ ਪਏ, ਜਿਹਦੀ ਵੀ ਬਿਲਕੁਲ ਗਲਤ। ਬਿਲਕੁਲ ਬਲੀਏਵਾਲ ਸਾਹਿਬ, ਤੁਹਾਡੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਨਲਾਇਕੀ ਹੈਗੀ ਹੈ ਤੁਹਾਡੇ ਐਡਵੋਕੇਟ ਜਨਰਲ ਦੀ, ਏਜੀ ਸਾਹਿਬ ਦੀ ਨਲਾਇਕੀ ਕਰਕੇ ਅਸੀਂ ਇਹ ਕੇਸ ਹਾਰੇ ਹਾਂ ਤੇ ਕਰੋੜਾਂ ਰੁਪਈਆ ਸਾਨੂੰ ਦੇਣਾ ਪੈ ਰਿਹਾ। ਤੁਹਾਡੀ ਪਾਰਟੀ ਦੇ ਨੁਮਾਇੰਦਿਆਂ ਦੀ ਮੈਂ ਹੁਣੇ ਤੁਹਾਨੂੰ ਸਟੇਟਮੈਂਟ ਵੀ ਸੁਣਾ ਦਾਂਗਾ। ਇਹ ਕਮਿਟਮੈਂਟ ਨਹੀਂ ਸੀਗੀ, ਇਹ ਕੋਈ ਸਮਝੌਤਾ ਨਹੀਂ ਹੋਇਆ ਸੀਗਾ, ਇਸੇ ਕਰਕੇ ਉਹ ਸੁਪਰੀਮ ਕੋਰਟ ਗਏ ਸੀਗੇ, ਉੱਥੇ ਆਪਾਂ ਕੇਸ ਹਾਰ ਗਏ। ਹੁਣ ਮੈਨੂੰ ਛੋਟਾ ਸਵਾਲ ਕਿ ਜਦੋਂ ਇਹਨਾਂ ਨੇ ਮੈਨੀਫੈਸਟੋ ਤਿਆਰ ਕੀਤਾ ਉਦੋਂ ਪੀਪੀਐਸ ਬਾਰੇ ਨਹੀਂ ਸੀ ਪਤਾ, ਉਦੋਂ ਉਹਨਾਂ ਦੇ ਐਗਰੀਮੈਂਟਸ ਤਾਂ ਨਹੀਂ ਪਤਾ ਸੀ ਕੀ ਹੋਇਆ। ਤੁਸੀਂ ਪੀਪੀਐਸ ਜਦੋਂ ਕੀਤੇ, ਜਦੋਂ ਤੁਸੀਂ ਮੈਨੀਫੈਸਟੋ ਬਣਾਇਆ, ਸਾਰੀਆਂ ਗੱਲਾਂ ਤੁਸੀਂ ਲਿਖੀਆਂ ਨਹੀਂ ਆ। ਚਲੋ ਇੱਕ ਮਿੰਟ, ਉਦੋਂ ਤਾਰਨੀ ਸਾਹਿਬ ਤੁਸੀਂ ਹੁਣ ਕਿਸ ਬਿਨਾਂ ਤੇ ਦਾਵਾ ਕਰਦੇ ਹੋ, ਕਿਉਂਕਿ ਤੁਹਾਡੀ ਵੀ 10 ਸਾਲ ਸਰਕਾਰ ਰਹੀ ਹੈ, ਤੁਸੀਂ ਕਿਵੇਂ ਦਾਵਾ ਕਰਦੇ ਹੋ ਕਿ ਤੁਸੀਂ ਅੱਧੇ ਰੇਟ ਕਰ ਦੋਗੇ? ਦੇਖੋ ਹਰਪ੍ਰੀਤ ਜੀ, ਇੱਕ ਗੱਲ ਬਿਲਕੁਲ ਕਲੀਅਰ ਹੈਗੀ ਹੈ, ਜੇ ਪੰਜਾਬ ਨੂੰ ਸਰਪਲਸ ਇਲੈਕਟ੍ਰਿਸਿਟੀ ਸਟੇਟ ਬਣਾਇਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਨੇ ਬਣਾਇਆ, ਔਰ ਅੱਜ ਵੀ ਉਹੀ ਵਿਜ਼ਨ ਇਹ ਹੈਗਾ। ਦੇਖੋ ਅੱਜ ਅਸੀਂ ਇਹ ਜਿਹੜਾ ਹੈਗਾ ਪਬਲਿਕਲੀ ਬਿਲਕੁਲ ਇਸ ਉਹਦੇ ਵਿੱਚ ਨਹੀਂ ਹੈਗੇ ਕਿ ਅਸੀਂ ਸ਼ੋਅ ਕਰੀਏ ਆਪਣੇ ਪੱਤੇ ਕਿ ਕਿਵੇਂ ਜਿਹੜੀ ਹੈਗੀ ਅਸੀਂ ਇਹਨੂੰ ਹਾਫ ਰੇਟ ਕਰਾਂਗੇ, ਅਸੀਂ ਉਵੇਂ ਹੀ ਕਰਾਂਗੇ ਜਿਸ ਤਰ੍ਹਾਂ ਅਸੀਂ ਸਰਪਲਸ ਬਣਾਇਆ। ਪਰ ਸਵਾਲ ਇਹ ਹੈਗਾ, ਜਿਹੜੀਆਂ ਇਹ ਧਿਰਾਂ ਹੈਗੀਆਂ, ਦੇਖੋ ਜਿੱਥੋਂ ਤੱਕ ਤਾਂ ਆਮ ਆਦਮੀ ਪਾਰਟੀ ਦੀ ਗੱਲ ਹੈਗੀ ਆ, ਆਮ ਆਦਮੀ ਪਾਰਟੀ ਕੋਲ ਇੱਕ ਰਟਿਆ ਰਟਾਇਆ ਰਾਗ ਹੈਗਾ। ਉਹ ਇਹਨਾਂ ਨੇ 4 ਵਿਸ਼ਿਆਂ ਤੋਂ ਇਲਾਵਾ 5ਵੇਂ ਵਿਸ਼ੇ ਤੇ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ। ਉਹ 4 ਵਿਸ਼ਿਆਂ ਦੇ ਵਿੱਚ ਇੱਕ ਤਾਂ ਐਜੂਕੇਸ਼ਨ ਦੀ ਗੱਲ ਕਰਦੇ ਹੈਗੇ ਆ, ਜਦੋਂ ਕਿ ਦਿੱਲੀ ਦਾ ਜਿਹੜਾ ਵੀ ਬੰਦਾ ਰੋਟੀ ਖਾਂਦਾ ਪੀਂਦਾ ਪੁੱਜਦਾ ਰਾਲ ਹੈਗਾ, ਉਹ ਆਪਣੇ ਬੱਚੇ ਨੂੰ ਜਿਹੜਾ ਹੈਗਾ ਕਦੇ ਸਰਕਾਰੀ ਸਕੂਲ ਦੇ ਵਿੱਚ ਨਹੀਂ ਲਾਉਂਦਾ, ਪ੍ਰਾਈਵੇਟ ਸਕੂਲਾਂ ਦੇ ਵਿੱਚ, ਹਾਇਰ ਮਤਲਬ ਜਿਹੜਾ ਹੈਗਾ ਐਜੂਕੇਸ਼ਨ ਵਾਲੇ ਸਕੂਲਾਂ ਦੇ ਵਿੱਚ ਲਾਉਂਦਾ। ਦੂਜੀ ਗੱਲ, ਦਿੱਲੀ ਦੇ ਵਿੱਚ ਹਸਪਤਾਲਾਂ ਦੀ ਭਰਮਾਰ ਹੈਗੀ ਹੈ, ਜਿਹੜਾ ਬੰਦਾ ਵੀ ਅਫੋਰਡੇਬਲ ਹੈਗਾ ਉਹ ਉੱਥੇ ਨੂੰ ਜਾਂਦਾ ਹੈਗਾ। ਚਲੋ ਆਪਾਂ ਪਾਵਰ ਤੇ ਆਈਏ। ਨਹੀਂ ਮੈਂ ਉੱਥੇ ਆਉਂਗਾ ਜੀ। ਔਰ ਤੀਜੀ ਗੱਲ ਕਰਦੇ ਹੈ ਪਾਵਰ ਦੀ। ਹੁਣ ਪਾਵਰ ਦੀ, ਔਰ ਇਹ ਚੌਥੀ ਗੱਲ ਇਹ ਕਰਦੇ ਸੀ ਪਾਣੀ ਦੀ। ਇਹ 4 ਗੱਲਾਂ ਤੋਂ ਬਿਨਾ ਮੈਨੂੰ ਇਹਨਾਂ ਦਾ ਕੋਈ ਹੋਰ ਵਿਜ਼ਨ ਦੱਸ ਦੇਣ ਵੀ ਕੀ ਹੈਗਾ। ਤਾਰਨੀ ਸਾਹਿਬ, 4 ਗੱਲਾਂ ਹੀ ਤਾਂ ਚਾਹੀਦੀਆਂ ਬੰਦੇ ਨੂੰ, ਚਾਹੀਦਾ ਕੀ ਹੈ? ਮੈਂ ਜਵਾਬ ਦਿੰਦਾ। 4 ਗੱਲਾਂ ਚਾਹੀਦੀਆਂ, ਸਸਤੀ ਬਿਜਲੀ ਮਿਲੇ, ਮੁਫਤ ਸਿੱਖਿਆ ਮਿਲੇ, ਮੁਫਤ ਇਲਾਜ ਮਿਲੇ, ਤੇ ਪਾਣੀ ਆਮ ਹੋਵੇ। ਹੋਰ ਚਾਹੀਦਾ ਕੀ ਹੈ ਲੋਕਾਂ ਨੂੰ? ਮੈਂ ਦੱਸਦਾ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਦੇ ਉੱਤੇ ਜਿਹੜੀਆਂ ਅਸੀਂ ਦੁਕਾਨਾਂ ਤੱਕ ਅੰਦਰ ਖੋਲਤੀਆਂ ਬਈ ਜਿਹੜੀ ਹੈਗੀ ਦਵਾਈ ਸਾਰੀ ਫ੍ਰੀ ਮਿਲੂਗੀ, ਉਹਦੇ ਵਿੱਚ ਉਹ ਜਿਹੜੀ ਹੈਗੀ ਆ ਕਾਂਗਰਸ ਸਰਕਾਰ ਨੇ ਸਾਰੀਆਂ ਆ ਕੇ ਬੰਦ ਕਰਤੀਆਂ, ਔਰ ਉੱਥੇ ਦਵਾਈਆਂ ਹੀ ਪ੍ਰੋਵਾਈਡ ਨਹੀਂ ਕਰੀਆਂ। ਅੱਜ ਜਿਹੜਾ ਹੈਗਾ ਮੈਡੀਕਲ ਸਹੂਲਤਾਂ ਜਿਹੜੀਆਂ ਹੈਗੀਆਂ, ਉਸੇ ਤੇ ਆਉਂਗਾ ਜੀ। ਮੈਡੀਕਲ ਸਹੂਲਤਾਂ ਹੈਗੀਆਂ, ਜਿਹੜਾ ਉਹਨਾਂ ਦਾ ਪੱਠਾ ਬਿਠਾਦਾ। ਜਿੱਥੇ ਤੱਕ ਬਿਜਲੀ ਦੀ ਗੱਲ ਹੈਗੀ ਆ, ਬਿਜਲੀ ਇਹਨਾਂ ਦੀਆਂ ਬਦਨੀਤੀਆਂ ਕਰਕੇ ਔਰ ਗੰਦੀਆਂ ਚਾਲਾਂ ਕਰਕੇ ਜਿਹੜਾ ਹੈਗਾ ਬਿਜਲੀ ਦਾ ਸਾਰਾ ਪੱਠਾ ਬਿਠਾਇਆ। ਇਹਨਾਂ ਨੇ ਗੱਲ ਇਹ ਕੀਤੀ ਸੀ ਕਿ ਅਸੀਂ ਟਾਈਮ ਦੇ ਉੱਤੇ ਜਿਹੜਾ ਹੈਗਾ ਜਦੋਂ ਮੈਨੀਫੈਸਟੋ ਬਣਾਇਆ ਕਿ ਅਸੀਂ ਆਹ ਜਿਹੜਾ ਹੈਗਾ ਬਿਜਲੀ ਦੇ ਵਿੱਚ ਸੁਧਾਰ ਕਰਾਂਗੇ। ਦੇਖੋ ਇਹਨਾਂ ਨੇ ਭੰਡਣ ਤੋਂ ਸਿਵਾ ਕੁਝ ਨਹੀਂ ਕਰਿਆ ਹੈਗਾ। ਤਾਰਨੀ ਸਾਹਿਬ, ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ, ਇਸ ਗੱਲ ਤੋਂ ਕੋਈ ਮੁਕਰਦਾ ਨਹੀਂ ਕਿ ਤੁਸੀਂ ਸਰਪਲਸ ਬਣਾਇਆ, ਪਰ ਉਹ ਕਹਿੰਦੇ ਨੇ ਕਿ ਤੁਸੀਂ ਸਰਪਲਸ ਜਿਹੜਾ ਬਣਾਇਆ ਉਹਦਾ ਹੀ ਕਾਰਨ ਹੈ ਕਿ ਬਿਜਲੀ ਮਹਿੰਗੀ ਹੋ ਗਈ। ਜਿਹੜਾ ਤਰੀਕਾ ਸੀ ਇਹ ਕਹਿੰਦੇ ਠੀਕ ਨਹੀਂ ਸੀ ਤਰੀਕਾ। ਨਹੀਂ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਹੈਗਾ,
ਕਿ 650 ਕਰੋੜ ਰੁਪਈਆ ਇਹਨਾਂ ਨੂੰ ਹੁਣ ਜੁਰਮਾਨਾ ਪਾਇਆ ਇਹਨੇ ਸੁਪਰੀਮ ਕੋਰਟ ਆਫ ਇੰਡੀਆ ਨੇ ਕੋਲ ਵਾਸ਼ ਦੇ ਉਹਦੇ ਵਿੱਚ ਮਾਮਲੇ ਦੇ ਵਿੱਚ। ਹਾਂਜੀ, ਹਾਂਜੀ। ਇਹ ਜਿਹੜੇ ਪੈਸੇ ਹੈਗੇ ਆ ਇਹਨਾਂ ਦੀਆਂ ਨਲਾਇਕੀਆਂ ਕਰਕੇ, ਇਹਨਾਂ ਦੀ ਲੀਗਲ ਟੀਮਾਂ ਦੀਆਂ ਗਲਤੀਆਂ ਕਰਕੇ ਇਹ ਪੈਸਾ ਵੀ ਸਾਡੇ ਲੋਕਾਂ ਦੇ ਉੱਤੇ ਪੈਣਾ ਹੈਗਾ। ਔਰ ਨੰਬਰ 2 ਤੇ ਇਹਨਾਂ ਨੇ 4 ਸੈਕਟਰਾਂ ਦੇ ਵਿੱਚ ਜਿਹੜਾ ਹੈਗਾ ਬਿਜਲੀ ਨੂੰ ਵੰਡਿਆ ਵਾ ਹੈਗਾ। ਇੱਕ ਜਿਹੜਾ ਹੈਗਾ ਬਿਲਕੁਲ ਸਮਾਲ ਸਕੇਲ ਹੈਗੇ ਆ, ਇੱਕ ਜਿਹੜੇ ਹੈਗੇ ਆ 100 ਯੂਨਿਟ ਤੋਂ ਉੱਪਰ ਵਾਲੇ ਹੈਗੇ ਆ, ਤੀਜੇ ਜਿਹੜੇ ਹੈਗੇ ਕਮਰਸ਼ੀਅਲ ਹੈਗੇ ਆ, ਚੌਥੇ ਜਿਹੜਾ ਹੈਗਾ ਹੈਵੀ ਇੰਡਸਟਰੀ ਦੀ ਗੱਲ ਹੈਗੀ ਆ। ਇਹ ਇੰਨਾ ਉਹਦੇ ਵਿੱਚ ਜਿਹੜੀ ਲੀਕੇਜ ਦੀ ਗੱਲ ਕਰਦੇ ਹੈਗੇ ਆ, ਮੈਂ ਦੇਖੋ ਮੈਂ ਸਹੀ ਗੱਲ ਇਹ ਕਰਨੀ ਚਾਹੀਦੀ ਹੈਗੀ ਆ ਕਿ ਪਿਛਲੇ ਟਾਈਮ ਦੇ ਵਿੱਚ, ਪਿਛਲੇ ਤਕਰੀਬਨ 10-15 ਸਾਲ ਦੇ ਵਿੱਚ ਪੀਐਸਸੀ ਜਿਹੜਾ ਪੰਜਾਬ ਹੈਗਾ ਪੀਐਸਸੀ ਵੀ ਹੁਣ ਕੁਝ ਹੋਰ ਹੈਗਾ ਜੀ, ਇਹਨਾਂ ਨੇ ਬਹੁਤ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਤੁਸੀਂ ਐਵੇਂ ਆਪਾਂ ਇੱਕ ਗੱਲ ਨੂੰ ਕਹੀ ਜਾਈਏ, ਪਰ ਸਵਾਲ ਇਹ ਹੈਗਾ ਕਿ ਇਹਨਾਂ ਦੇ ਹੈਡਾਂ ਦੇ ਪੈਸੇ ਹੋਰ ਪਾਸੇ ਦੇ ਹੋਰ ਪਾਸੇ, ਹੋਰ ਪਾਸੇ ਦੇ ਹੋਰ ਪਾਸੇ, ਚਾਹੇ ਇਹ ਜਿਹੜਾ ਹੈਗਾ ਇਹਨਾਂ ਦੀ ਮੇਨਟੇਨੈਂਸ ਦੀ ਗੱਲ ਕਰ ਲਓ, ਚਾਹੇ ਪਾਵਰ ਪਲਾਂਟਾਂ ਨੂੰ ਬੰਦ ਕਰਨ ਦੀ ਗੱਲ ਕਰੋ, ਸਰਕਾਰੀ ਪਾਵਰ ਪਲਾਂਟਾਂ ਦੀ ਗੱਲ ਕਰੋ, ਇਹ ਸਾਰਾ ਸਿਸਟਮ ਜਿਹੜਾ ਹੈਗਾ ਨਾ ਇਹਨਾਂ ਦੇ ਸਿਸਟਮ। ਔਰ ਅੱਜ ਤੁਹਾਨੂੰ ਇਹ ਗੱਲ ਕਹਿ ਰਹੇ ਹੈਗੇ ਆ ਕਿ ਸਾਡੇ ਤੇ ਇਹ ਕੁਐਸਚਨ ਕਰ ਰਹੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਰੇਟ ਅੱਧੇ ਕਰਾਂਗੇ। ਅਸੀਂ ਬਿਲਕੁਲ ਕਰਾਂਗੇ। ਅਸੀਂ ਅੱਜ ਤੱਕ ਜਿਹੜੀ ਗੱਲ ਅਸੀਂ ਇੱਕ ਚੀਜ਼ ਨੂੰ ਕਨਸੈਂਟਰੇਟ ਕਰਕੇ ਜਿਹੜਾ ਹੈਗਾ ਉਹਦੇ ਦੁਆਲੇ ਜਿਹੜੀ ਹੈਗੀ ਆ ਆਪਣੀ ਡਿਵੈਲਪਮੈਂਟ ਦੀ ਔਰ ਪੰਜਾਬ ਸੂਬੇ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਹੈਗੇ। ਬਿਜਲੀ ਮੁੱਦਾ ਬਹੁਤ ਅਹਿਮ ਮੁੱਦਾ ਹੈਗਾ, ਹਰ ਆਮ ਖਾਸ ਦੇ ਨਾਲ ਜੁੜਦਾ ਹੈ। ਕਿਸੇ ਨੂੰ ਵੀ ਪਤਾ ਕਰ ਲਓ, ਜਦੋਂ ਬਿਜਲੀ ਦੇ ਬਿੱਲ ਆਉਂਦੇ ਨੇ ਤਾਂ ਉਹ ਹਾਏ ਹਾਏ ਕਰਦੇ ਹੋਏ ਦਿਖਾਈ ਦਿੰਦੇ ਨੇ ਕਿ ਇੰਨੀ ਤਾਂ ਅਸੀਂ ਬਿਜਲੀ ਫੂਕਦੇ ਨਹੀਂ ਜਿੰਨੇ ਮੋਟੇ-ਮੋਟੇ ਬਿੱਲ ਆ ਜਾਂਦੇ ਨੇ। ਰਜਿੰਦਰ ਭੰਡਾਰੀ ਸਾਹਿਬ, ਬਿਜਲੀ ਦਾ ਮੁੱਦਾ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਬੜਾ ਅਹਿਮ ਰਿਹਾ। ਜਿਵੇਂ ਦੀ ਇੱਕ ਸੁਰਤਾ ਨਜ਼ਰ ਆ ਰਹੀ ਹੈ ਵਿਰੋਧੀ ਪਾਰਟੀਆਂ ਦੇ ਵਿੱਚ, ਤਾਂ ਉਹ ਲੱਗਦਾ ਕਿ ਬਿਜਲੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਇੱਕ ਪਾਰਟੀ ਕਹਿੰਦੀ ਹੈ ਬਿਜਲੀ ਦੇ ਬਿੱਲ ਮਾਫ, ਦੂਜੀ ਪਾਰਟੀ ਕਹਿੰਦੀ ਹੈ ਬਿਜਲੀ ਦੇ ਬਿੱਲ ਅੱਧੇ, ਤੇ ਤੀਜੀ ਪਾਰਟੀ ਸੱਤਾਧਾਰੀ ਧਿਰ ਹੈਗੀ ਹੈ ਜਿਹੜੀ ਉਹ ਮੰਨਦੀ ਹੈ ਕਿ ਬਿਜਲੀ ਮਹਿੰਗੀ ਹੈ, ਪਰ ਬਿਜਲੀ ਮਹਿੰਗੀ ਦੇ ਕਾਰਨ ਉਹ ਪਿਛਲੀ ਸਰਕਾਰ ਨੂੰ ਕਹਿੰਦੀ ਹੈ। ਦੇਖੋ ਇਦਾਂ ਹੈਗੇ ਆ ਵੀ ਤੁਸੀਂ ਅੱਛਾ ਕੀਤਾ ਕਿ ਸਾਰੀ ਡਿਸਕਸ਼ਨ ਨੂੰ ਬਿਜਲੀ ਦੇ ਉੱਤੇ ਕੇਂਦਰਿਤ ਕੀਤਾ ਜੀ, ਪਰ ਕਿਉਂਕਿ ਮੇਰੇ ਸਾਥੀਆਂ ਨੇ ਸਾਰੇ ਹੀ ਮੁੱਦੇ ਉਹਦੇ ਨਾਲ, ਸਾਰੇ ਪ੍ਰਸ਼ਨ ਜਿਹੜੇ ਨਾਲ ਉੱਠਦੇ ਨਾਲ ਦੱਸਦੇ ਆ ਜੀ, ਮੈਂ ਉਹਨੂੰ ਦੁਹਰਾਉਣਾ ਚੰਗਾ ਨਹੀਂ ਸਮਝੂੰਗਾ। ਬਿਲਕੁਲ ਠੀਕ। ਇੱਕ ਦੋ ਚੀਜ਼ਾਂ ਜਿਹੜੀਆਂ ਛੁੱਟ ਗਈਆਂ ਮੈਂ ਕਹਿ ਦਵਾਂ। ਹਾਂਜੀ ਹਾਂਜੀ, ਦਿੱਲੀ ਵਾਲੇ ਜੋ ਮਰਜ਼ੀ ਕਹੀ ਜਾਣ, ਦਿੱਲੀ ਦਾ ਕੰਪੈਰੀਜ਼ਨ ਪੰਜਾਬ ਨਾਲ ਹੋ ਹੀ ਨਹੀਂ ਸਕਦਾ, ਨਾ ਜੀਓਗ੍ਰਾਫਿਕਲੀ, ਨਾ ਪੋਪੂਲੇਸ਼ਨ ਦੀ ਦ੍ਰਿਸ਼ਟੀ ਨਾਲ, ਰਿਸੋਰਸਿਸ ਨਾਲ, ਕਿਸੇ ਚੀਜ਼ ਨਾਲ ਵੀ। ਦੂਜੀ ਗੱਲ ਹੈ ਇਹ ਡਰਾਮੇਬਾਜ਼ ਆ ਆਪ ਵਾਲੇ, ਇਹਨਾਂ ਨੇ ਕੀਤਾ ਉੱਥੇ ਡੋਮੈਸਟਿਕ ਵਾਲਿਆਂ ਨੂੰ ਜਿਹੜਾ ਰੇਟ ਘਟਾਤੇ, ਕਮਰਸ਼ੀਅਲ ਵਾਲਿਆਂ ਨੂੰ ਪੰਜਾਬ ਤੋਂ ਵੀ ਵਧਾਤੇ। ਇੱਧਰ ਤੇ ਇੱਧਰੋਂ ਕੰਨ ਫੜ ਕੇ ਉਧਰਲੇ ਪਾਸੇ ਪੁੱਠੋ ਪਾਸ ਸਿੱਧਾ ਕਰ। ਇਹ ਬੇਰੂਪੀਏ ਬੰਦੇ, ਇਹਨਾਂ ਨੇ ਇਹ ਕੰਮ ਕਰਨਾ ਹੀ ਕਰਨਾ। ਦੂਜੀ ਗੱਲ ਹੈ ਕਾਂਗਰਸ ਦਾ। ਦੇਖੋ ਹਰਪ੍ਰੀਤ ਜੀ, ਕਾਂਗਰਸ ਦੀ ਨੀਅਤ ਔਰ ਨੀਤੀ ਦੋਨੇ ਨਹੀਂ ਚੀਜ਼ਾਂ ਸਹੀ। ਨੀਤੀ ਤਾਂ ਹੈ ਹੀ ਨਹੀਂ, ਆਪਾਂ 4.5 ਸਾਲ ਚ ਦੇਖ ਲਿਆ ਕੀ ਕੀਤਾ ਇਹਨਾਂ ਨੇ। ਨੀਅਤ ਇਸ ਕਾਰਨ ਮੈਂ ਕਹਿੰਦਾ ਕਿ ਮਹਾਰਾਜ ਇੱਕ ਪ੍ਰੋਮਿਸ ਚੱਕ ਲੋ ਜਿਹੜਾ ਇਹਨਾਂ ਨੇ ਪੂਰਾ ਕੀਤਾ ਹੋਵੇ, ਔਰ ਗੱਲਾਂ ਢੀਂਗਾ ਕੀ ਮਾਰਦੇ 80% 85% ਅਸੀਂ ਪ੍ਰੋਮਿਸਿਸ ਪੂਰੇ ਕਰਤੇ। ਬਿਜਲੀ 5 ਰੁਪਏ ਯੂਨਿਟ ਦੇਣੀ ਸੀ ਇੰਡਸਟਰੀ ਨੂੰ, 0। ਉਸ ਤੋਂ ਬਾਅਦ ਅਨਇੰਪਲੋਇਮੈਂਟ ਅਲਾਊਂਸ ਦੇਣਾ ਸੀ, 0। ਦਲਿਤਾਂ ਨੂੰ ਕਰਜ਼ਾ ਮਾਫ ਕਰਨਾ ਸੀ, 0। ਦਲਿਤਾਂ ਨੂੰ ਮਕਾਨ ਦੇਣੇ ਸੀ, 0। 300 ਯੂਨਿਟ ਫ੍ਰੀ ਉਹਨਾਂ ਨੂੰ ਦੇਣੇ ਸੀ, 0। ਅੱਡੇ ਫਾਰਮ ਭਰ ਲਏ ਘਰਾਂ ਦੇ, ਅੱਡੇ ਫਾਰਮ ਭਰ ਲਏ ਇਹਨਾਂ ਨੇ ਸਮਾਰਟਫੋਨਾਂ ਦੇ, ਅੱਡੇ ਫਾਰਮ ਭਰ ਲਏ ਆਪਣੇ ਹੱਥਾਂ ਲਾ ਕੇ ਨੌਕਰੀਆਂ ਦੇ। ਅਰੇ ਕਿਆ ਯਾਰ ਲੋਕਾਂ ਦਾ ਤੁਸੀਂ ਮੂਰਖ ਬਣਾਈ ਜਾਂਦੇ ਹੋ। ਕਿਆ ਹੈ ਤੁਹਾਡੀ ਨੀਅਤ? ਭੰਡਾਰੀ ਸਾਹਿਬ ਇਲੈਕਸ਼ਨ ਹੁਣ ਤੁਸੀਂ ਵੀ ਲੜੋਗੇ। ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਜਾਂ ਚੋਣ ਪ੍ਰਚਾਰ ਦੇ ਵਿੱਚ ਬਿਜਲੀ ਦਾ ਮੁੱਦਾ ਰਹੇਗਾ ਜਾਂ ਨਹੀਂ ਰਹੇਗਾ? ਜੇ ਰਹੇਗਾ ਤਾਂ ਤੁਸੀਂ ਦੱਸ ਦਿਓ ਕੀ ਕਰੋਗੇ। ਅਸੀਂ ਤੁਸੀਂ ਕਹਿ ਰਹੇ ਹੋ ਮੁੱਦਾ, ਮੈਂ ਪਹਿਲਾਂ ਕਹਿ ਰਿਹਾ ਰਹੇਗਾ। ਇਹ ਤੋਂ ਵੱਡੇ ਵੱਡੇ ਮੁੱਦੇ ਜਿਹੜੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਹਿੰਦੇ ਰਹੇ, ਦਸਮ ਪਿਤਾ ਦੇ ਚਰਨਾਂ ਦੀ ਸਹੁੰ ਕਰਕੇ ਕਹਿੰਦੇ ਰਹੇ, ਔਰ 30 ਕਿਲੋਮੀਟਰ ਦੂਰ ਦਮਦਮਾ ਸਾਹਿਬ ਕਹਿੰਦੇ ਰਹੇ, ਉਹ ਮੁੱਦੇ ਨਹੀਂ ਹੈ ਕਿਆ? ਇੰਪਲਾਇਮੈਂਟ ਦਾ ਮੁੱਦਾ ਨਹੀਂ ਹੈ? ਭੰਡਾਰੀ ਸਾਹਿਬ ਮੇਰਾ ਅੱਜ ਡਿਬੇਟ ਦਾ ਮੁੱਦਾ ਪਾਵਰ ਹੈ ਨਾ, ਪਾਵਰ ਦਾ ਮੁੱਦਾ। ਇਹ ਕਹਿੰਦੇ ਨੇ ਕਿ ਬਿਜਲੀ ਮਹਿੰਗੀ ਇਸ ਕਰਕੇ ਹੈ ਕਿਉਂਕਿ ਪਿਛਲੀ ਸਰਕਾਰ ਜਿਹਦੇ ਵਿੱਚ ਤੁਸੀਂ ਵੀ ਭਾਈਵਾਲ ਸੀਗੇ, ਤੁਹਾਡੇ ਕਰਕੇ ਬਿਜਲੀ ਮਹਿੰਗੀ ਹੈ। ਹਾਂਜੀ ਕਹਿੰਦੇ ਆ ਨਾ। ਇੱਕ ਮਿੰਟ ਮੇਰਾ ਜਵਾਬ ਦੇਣ। ਇਹਨਾਂ ਨੂੰ ਹੁਣ ਪਤਾ ਲੱਗਿਆ ਕਿ ਪ੍ਰੋਮਿਸ ਕਰਨ ਤੋਂ ਪਹਿਲਾਂ ਹੀ ਪਤਾ ਸੀ। ਫਿਰ ਅੱਡੇ ਪ੍ਰੋਮਿਸ ਕਿਉਂ ਕੀਤੇ? ਜਵਾਬ ਲੈ ਲਿਓ ਇਹਨਾਂ ਨੇ ਜਿਹੜੇ
ਕੰਟਰੈਕਟ ਮਾਰੇ ਕੀਤੇ ਆ ਕੀਤੇ ਆ ਐ ਨਹੀਂ ਹੁਣ ਤਾਂ ਪਤਲੀਆਂ ਗਲੀਆਂ ਲੱਭਦੇ ਉਧਰੋਂ ਭੱਜੇ ਹੋਏ ਸੀ ਸਭ ਕੁਝ ਇਹਨਾਂ ਨੂੰ ਪਤਾ ਸੀ ਉਹਨੂੰ ਤੋਂ ਪਹਿਲਾਂ ਸੋਚਿਆ ਕਰ ਠੀਕ ਹੈ ਬਲੀਵਾਲ ਸਾਹਿਬ ਇਸ ਗੱਲ ਦਾ ਜਵਾਬ ਦਿਓ। ਬਲੀਵਾਲ ਸਾਹਿਬ ਇਹ ਬੜੀ ਹਾਸੋਹੀਣੀ ਜੀ ਗੱਲ ਲੱਗਦੀ ਹੈ ਕਿ ਪਿਛਲੀ ਸਰਕਾਰ ਜੋ ਕਰ ਗਈ ਉਹਨੂੰ ਸੀ 4-5 ਸਾਲ ਇਹੀ ਕਹਿੰਦੇ ਰਹੀਏ ਕਿ ਪਿਛਲੇ ਕਰ ਗਏ ਮਤਲਬ ਇੱਕ ਸਰਕਾਰ ਚੁਣੀ ਹੋਈ ਸਰਕਾਰ ਹੈ ਤੁਹਾਡੇ ਕੋਲ ਸਾਰੇ ਰਾਈਟਸ ਨੇ। ਇਹ ਕਿਵੇਂ ਹੋ ਸਕਦਾ ਹੈ ਕਿ ਅਜਿਹੇ ਕੋਈ ਕਮਿਟਮੈਂਟ ਹੋਗੀ ਅਜਿਹੇ ਕੋਈ ਸਮਝੌਤੇ ਹੋ ਗਏ ਜਿਹੜੇ ਰੱਦ ਨਹੀਂ ਹੋ ਸਕਦੇ? ਦੇਖੋ ਹਰਪ੍ਰੀਤ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਆਪਦੇ ਟੌਪਿਕ ਤੇ ਬਿਲਕੁਲ ਖਰਾ ਉਤਰਿਆ ਤੇ ਬਿਲਕੁਲ ਆਪਦੇ ਟੌਪਿਕ ਤੇ ਮੈਂ ਅੱਗੇ ਪਿੱਛੇ ਜਾਣ ਨਹੀਂ ਦਿੱਤਾ ਇਸ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਬਲੀਵਾਲ ਸਾਹਿਬ। ਮੈਂ ਇਸੇ ਕਰਕੇ ਇਹਨਾਂ ਸਾਰਿਆਂ ਨੇ ਘੁਮਾ ਫਿਰਾ ਕੇ ਸਾਰੇ ਵਾਅਦੇ ਕਰਾਏ। ਚਲੋ ਆਪਾਂ ਬਿਜਲੀ ਤੇ ਰੱਖੀਏ ਨਾ ਮੈਂ ਤੁਹਾਡੇ ਤੋਂ ਜਵਾਬ ਸਿਰਫ ਬਿਜਲੀ ਤੇ ਲਾਂਗਾ ਮੈਂ ਕਿਸੇ ਹੋਰ ਤੇ ਤੁਹਾਡੇ ਤੋਂ ਜਵਾਬ ਲਾਂਗਾ ਨਹੀਂ ਹੋਰ ਦੱਸੋ। ਮੈਂ ਬਿਲਕੁਲ ਹੀ 50 ਮੈਂ ਉਸੇ ਤੇ ਗੱਲ ਕਰਦਾ। ਇੱਕ ਕਹਿੰਦਾ 50% ਅਸੀਂ ਮਾਫ ਕਰਾਂਗੇ ਤੇ ਮੈਂ ਇਹਨਾਂ ਦੀ 2007 ਤੋਂ ਲੈ ਕੇ 17 ਤੱਕ ਦੀ ਸਰਕਾਰ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ 78% ਇਨਕਰੀਜ਼ ਹੋਇਆ ਇਹਨਾਂ ਦੇ ਰਾਜ ਦੇ ਵਿੱਚ। ਯਾਨੀ ਦੂਨੀ ਤਾਂ ਪਹਿਲਾਂ ਹੀ ਤਿੰਨੀ ਕਰ ਗਏ ਸੀਗੇ ਇਹ ਘਟਾਉਣਗੇ ਕੀ ਸਾਡੇ ਰਾਜ ਦੇ ਵਿੱਚ 18% ਇਨਕਰੀਜ਼ ਹੋਈ ਹੈ। ਮੇਰੇ ਕੋਲ PSPCL ਦਾ ਹੁਣੇ ਡਾਟਾ ਆਇਆ ਕਿ ਅਸੀਂ ਕਿੰਨੀ ਇਨਕਰੀਜ਼ ਕੀਤੀ ਹੈ 4 ਸਾਲਾਂ ਦੇ ਵਿੱਚ ਤੇ ਇਹਨਾਂ ਦੀ ਸਰਕਾਰ 'ਚ ਕਿੰਨੀ ਇਨਕਰੀਜ਼ ਕੀਤੀ ਹੈ। ਦੂਜੇ ਜਿਹੜੇ ਫ੍ਰੀ ਬਿਜਲੀ ਦੇਣ ਵਾਲੇ ਨੇ ਉਹਨਾਂ ਦਾ ਮੈਂ ਅਸਲੀਅਤ ਦੱਸ ਹੀ ਦਿੱਤੀ ਹੈ 2700 ਕਰੋੜ ਰੁਪਇਆ ਮਾਫ ਕਰਦੇ ਨੇ ਤੇ ਡਬਲ ਰੇਟ ਕਮਰਸ਼ੀਅਲ ਨੂੰ ਲਾਉਂਦੇ ਨੇ ਤੇ ਉਸੇ ਕਰਕੇ ਉੱਥੇ ਆਫਿਸਿਸ ਹੈਗੇ ਆ ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਦੇ ਇਸ ਕਰਕੇ ਉਹਨਾਂ ਦੀ ਸਰਕਾਰ ਚੱਲਦੀ ਹੈ। ਤੀਜੇ ਜਿਹੜੇ ਭੰਡਾਰੀ ਸਾਹਿਬ ਬੈਠੇ ਨੇ ਉਹ ਕਹਿੰਦੇ ਜੀ ਅਸੀਂ ਗੱਲ ਕਰਾਂਗੇ ਹੈ ਨਾ ਕਿ ਬਿਜਲੀ ਵੀ ਮਾਫ 500 ਰੁਪਏ ਪਾ ਦਿਆ ਕਰਾਂਗੇ ਮੋਦੀ ਜੀ ਮਤਲਬ ਇਹ ਗੱਲਾਂ ਮਾਰ ਨੇ। ਸੋ ਅਸੀਂ ਤਾਂ ਜੋ ਕੀਤਾ ਅਸੀਂ ਸਾਡਾ ਦਾ ਰਿਪੋਰਟ ਕੱਢ ਗਏ ਤੇ ਅਸੀਂ ਬਾਰ-ਬਾਰ ਉਹੀ ਗੱਲ ਕਰ ਰਹੇ ਹਾਂ। ਨੋ ਡਾਊਟ ਬਿਜਲੀ ਮਹਿੰਗੀ ਹੈਗੀ ਹੈ, ਬਿਜਲੀ ਨੂੰ ਸਸਤੀ ਕਰਨ ਦੀ ਅਸੀਂ ਜਿਹੜੀ ਕੋਸ਼ਿਸ਼ਾਂ ਕਰ ਰਹੇ ਹਾਂ ਉਸ ਨੂੰ ਪੂਰੀਆਂ ਜਾਰੀ ਰੱਖਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਇੰਡਸਟਰੀ ਦੀ ਗੱਲ ਹੈਗੀ ਆ ਇੰਡਸਟਰੀ ਲੋਡ ਦੀ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਬਲੀਵਾਲ ਸਾਹਿਬ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਸਵਾਲ ਤਾਂ ਇੱਕ ਖੜਾ ਹੁੰਦਾ ਹੈ ਭਾਵੇਂ ਰਜਿੰਦਰ ਭੰਡਾਰੀ ਹੋਣ ਜਾਂ ਮਿੱਤਲ ਸਾਹਿਬ ਹੋਣ ਤੁਹਾਡਾ ਮੈਨੀਫੈਸਟੋ ਲੈ ਕੇ ਆਏ ਨੇ। ਉਸ ਮੈਨੀਫੈਸਟੋ ਦੇ ਵਿੱਚ ਜੋ ਤੁਸੀਂ ਲਿਖਿਆ ਉਹ ਕਹਿੰਦੇ ਇੱਕ ਗੱਲ ਤਾਂ ਦੱਸ ਦਿਓ ਇੱਕ ਗੱਲ ਤਾਂ ਖਰੀ ਉਤਰੇ ਹੋਵੋ ਤੁਸੀਂ ਬਿਜਲੀ ਤੇ ਕਿ 5 ਰੁਪਏ ਯੂਨਿਟ ਤੁਸੀਂ ਵੀ ਲੁਧਿਆਣੇ ਬੈਠੇ ਹੋ ਏਡੀ ਇੰਡਸਟਰੀ ਚੱਲਦੀ ਹੈ ਕਿਸੇ ਇੰਡਸਟਰੀ ਵੱਲੋਂ ਨੂੰ 5 ਰੁਪਏ ਯੂਨਿਟ ਮਿਲੀ ਹੈ? ਮੈਂ ਜਿਹੜੀ 5 ਰੁਪਏ ਯੂਨਿਟ ਦੀ ਗੱਲ ਕਰ ਰਹੇ ਹੋ ਨਾ ਉਹਦੇ ਵਿੱਚ ਹੀ ਜਿਹੜੇ ਸਮਾਲ ਐਂਡ ਮਾਰਜਨਲ ਨੂੰ ਅਸੀਂ ਦੇ ਰਹੇ ਹੈਗੇ ਨਾ MSME ਦੇ ਕੁਝ ਸਿਸਟਮ ਕੰਡਕਟਿੰਗ ਆ ਜੋ ਮੇਰੇ ਕੋਲ ਡਾਟਾ ਆਇਆ ਹੋਇਆ ਉਹਦੇ ਅਨੁਸਾਰ ਅਸੀਂ 2817 ਕਰੋੜ ਰੁਪਏ ਦੀ ਸਬਸਿਡੀ ਉਹਨਾਂ ਨੂੰ ਬੇਅਰ ਕੀਤੀ ਆ ਜਿਹੜੇ ਮਾਫ ਕੀਤੇ ਆ ਪੈਸੇ। ਮੈਂ ਹੋਰ ਕਿਹੜੇ ਪੈਸੇ ਦੱਸਦਾ ਪਿਆ ਇੰਡਸਟਰੀ ਨੂੰ ਹੁਣ ਬਿੱਲ ਥੋੜਾ ਛੱਡਦੇ ਆ ਅਸੀਂ ਉਹ ਉਹਨਾਂ ਨੂੰ ਇੰਡਸਟਰੀ ਨੂੰ ਵੇਟ ਹੋ ਕੇ ਪੈਸੇ ਆਉਂਦੇ ਆ ਤਾਂ ਹੀ ਉਹਨਾਂ ਨੇ 2817 ਕਰੋੜ ਰੁਪਇਆ ਪੰਜਾਬ ਸਰਕਾਰ ਬੇਅਰ ਕਰਦੀ ਆ ਔਨ ਰਿਕਾਰਡ ਔਨ ਪੇਪਰ ਹੈਗੇ ਆ। ਇਹਨਾਂ ਨੂੰ ਚਾਹੀਦਾ ਤਾਂ ਮੈਂ ਇਹਨਾਂ ਨੂੰ ਪ੍ਰੋਵਾਈਡ ਵੀ ਕਰਵਾ ਦਿੰਦਾ ਵਾਂ। ਸੋ ਇਹ ਗੱਲਾਂ ਨੇ ਕਿ ਅਗਰ ਅਸੀਂ ਚਾਰਜ ਕਰਦੇ ਉਹਨਾਂ ਨੂੰ ਫੰਡ ਵੀ ਜਾ ਰਿਹਾ ਉਸ ਚੀਜ਼ ਦਾ 5 ਰੁਪਏ ਦੇ ਹਿਸਾਬ ਦੇ ਨਾਲ ਕੋਈ 2817 ਕਰੋੜ ਰੁਪਇਆ ਬਿਲਕੁਲ ਗਲਤ ਗੱਲ ਤੀਜੀ ਗੱਲ ਚਲੋ ਆਪਾਂ ਮੈਂ ਇੰਡਸਟਰੀ ਵਾਲੇ ਨੂੰ ਹੁਣੇ ਪੈਚ ਕਰਾਂਗਾ ਨਾਲ ਆਪਾਂ ਉੱਤੋਂ ਪੁੱਛ ਲਾਂਗੇ ਵੀ ਉਹਨੂੰ 5 ਰੁਪਏ ਯੂਨਿਟ ਮਿਲ ਰਹੀ ਕਿ ਨਹੀਂ। ਦੇ ਜਿਹੜੇ ਵੀਨੂ ਗੋਪਾਲ ਜੀ ਹੈਗੇ ਸਾਡੇ ਚੇਅਰਮੈਨ ਉਹਨਾਂ ਤੋਂ ਵੀ ਇਹ ਫਿਗਰ ਲੈ ਕੇ ਮੈਨੂੰ ਉਹਨਾਂ ਨੇ ਭੇਜਿਆ। ਮੈਂ 1 ਮਿੰਟ ਵਾਪਸ ਆਣਾ। ਹਾਂਜੀ ਮਿੱਤਲ ਸਾਹਿਬ ਦੇਖੋ ਗੱਲ ਇਹ ਆ ਕਿ ਅੱਜ ਬਿਜਲੀ ਦੀ ਹਾਲਤ ਕੀ ਹੈ ਜਿਹੜੇ ਪਿਛਲੀ ਸਰਕਾਰ ਦੇ ਉੱਪਰ ਐਲੀਗੇਸ਼ਨ ਲੱਗਦੇ ਨੇ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਇਸ ਗੱਲ ਦੇ ਵਿੱਚ ਕੋਈ ਮਤਲਬ ਦੋ ਰਾਏ ਨਹੀਂ ਹੈਗੀਆਂ। ਗਲਤੀ ਉਹਨਾਂ ਦੀ ਆ 2009 ਦੇ ਵਿੱਚ ਜਿਹੜੇ ਗਲਤ ਪਾਲਿਸੀ ਡਿਸੀਜਨ ਲਏ ਜਿਹਦੇ ਤਹਿਤ ਅਨਯੂਜ਼ਡ ਜਿਹੜੇ ਫਿਕਸਡ ਚਾਰजेस ਨੇ ਅਗਰ ਤੁਸੀਂ ਨਹੀਂ ਵਰਤੋਗੇ ਤਾਂ ਵੀ ਤੁਹਾਨੂੰ ਬਿਜਲੀ ਕੰਪਨੀ ਨੂੰ ਪੇ ਕਰਨਾ ਪਊਗਾ। ਜਦੋਂ ਤੱਕ ਇਹ 2013-14 ਤੋਂ ਲੈ ਕੇ ਹੁਣ ਤੱਕ 2021 ਤੱਕ 5430 ਕਰੋੜ ਰੁਪਏ ਅਨਯੂਜ਼ਡ ਆਪਾਂ ਪੇ ਕਰ ਚੁੱਕੇ ਹਾਂ ਜਿਹੜੀਆਂ ਕਿ ਮਤਲਬ ਮਿਲੀਅਨ ਯੂਨਿਟਸ ਜਿਹੜੀਆਂ ਅਨਯੂਜ਼ਡ ਨੇ ਜਿਨ੍ਹਾਂ ਨੂੰ ਉਹ ਬਿਜਲੀ ਕੰਪਨੀ ਨੂੰ ਆਪਣਾ ਐਗਰੀਮੈਂਟ ਦੀ ਕਲੌਜ਼ ਹੈਗੀ ਆ ਇਹ ਠੀਕ ਹੈ ਜੀ ਉਹ 5430 ਕਰੋੜ ਰੁਪਏ ਦੇ ਉਹ ਆਪਣੀ ਕਲੌਜ਼ ਬਦਲ ਨਹੀਂ ਜਾ ਸਕਦੀ ਜੇ ਕੁਝ ਗਲਤ ਹੈਗਾ ਤਾਂ ਕੀ ਸਰਕਾਰ ਦੇ ਹੱਥਾਂ 'ਚ ਨਹੀਂ? ਤੁਸੀਂ ਇੱਕ ਵਕੀਲ ਹੋ ਕਿ ਇਹ ਹੈ ਪੋਸੀਬਲ ਹੈ ਕਿ ਨਹੀਂ ਹੈ? ਦੇਖੋ ਗੱਲ ਇਹ ਆ ਮੈਂ ਹੁਣ ਉਹ ਪਿਛਲੀ ਸਰਕਾਰ ਵਾਲੀ ਗੱਲ ਜਿਹੜੀ ਕਾਂਗਰਸ ਸਰਕਾਰ ਦੇ ਨੁਮਾਇੰਦੇ ਗੱਲ ਕਰ ਰਹੇ ਨੇ ਮੈਂ ਉੱਥੇ ਗੱਲ ਫੇਰ ਲੈ ਕੇ ਆਉਣਾ ਕਿਉਂਕਿ ਇਹਨਾਂ ਨੇ ਜਦੋਂ ਮੈਨੀਫੈਸਟੋ ਬਕਾਇਦਾ ਬਣਾਇਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਆਰਕੀਟੈਕਟ ਨੇ ਮੈਨੀਫੈਸਟੋ ਦੇ ਜਿਹੜੇ ਆਪਣੇ ਆਪ ਨੂੰ ਪੂਰੇ ਇਕਨੋਮੀ ਦੇ ਮਾਸਟਰ ਸਮਝਦੇ ਨੇ ਠੀਕ ਆ। ਦੂਜੀ ਗੱਲ ਫਿਰ ਮੈਨੀਫੈਸਟੋ ਬਣਾਇਆ ਫਿਰ ਸਰਦਾਰ ਮਨਮੋਹਨ ਸਿੰਘ ਕੋਲ ਲੈ ਕੇ ਗਏ ਪਾਸ ਕਰਾਉਣ ਵਾਸਤੇ। ਮਨਮੋਹਨ ਸਿੰਘ ਰਿਨੋਨਡ ਇਕਨੋਮਿਸਟ ਨੇ ਵਰਲਡ ਦੇ ਜਿਨ੍ਹਾਂ ਨੂੰ ਕਹਿ ਰਹੇ ਨੇ ਕਿ ਓਬਾਮਾ ਸਾਹਿਬ ਵੀ ਉਹਨਾਂ ਤੋਂ ਫੋਨ ਕਰਕੇ ਸਲਾਹ ਲੈਂਦੇ ਸੀਗੇ ਠੀਕ ਹੈ ਜੀ। ਫਿਰ ਕੈਪਟਨ ਸਾਹਿਬ ਦੂਜੀ ਵਾਰ ਦੇ ਮੁੱਖ ਮੰਤਰੀ ਕੀ ਇਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਦੀ ਕਰੰਟ ਸਿਚੁਏਸ਼ਨ ਦਾ ਕਿ ਪੰਜਾਬ ਦੇ ਹਾਲਾਤ ਕੀ ਨੇ? ਕਿਉਂ ਤੁਸੀਂ ਝੂਠੇ ਵਾਅਦੇ ਕੀਤੇ? ਕਿਉਂ ਤੁਸੀਂ ਲੋਕਾਂ ਨਾਲ ਧੋਖਾ ਕੀਤਾ? ਕਿਉਂ ਤੁਸੀਂ ਲੋਕਾਂ ਨਾਲ ਠੱਗੀ ਮਾਰੀ? ਅੱਜ ਤੁਸੀਂ ਹੱਥ ਖੜੇ ਕਰ ਰਹੇ ਹੋ ਜਦੋਂ ਸੁਰੇਸ਼ ਕੁਮਾਰ ਜਿਹੜੇ ਇਹਨਾਂ ਦੇ ਚੀਫ ਪ੍ਰਿੰਸੀਪਲ ਸੈਕਟਰੀ ਨੇ ਕਿਹੜੀ ਠੱਗੀ ਮਾਰੀ ਹੈ? ਮੈਨੂੰ ਇੱਕ ਗੱਲ ਦਾ ਜਵਾਬ ਦੇ 14500 ਕਰੋੜ ਰੁਪਇਆ ਮਾਫ ਹੋ ਰਿਹਾ ਕਿ ਨਹੀਂ ਹੋ ਰਿਹਾ? ਐਵੇਂ ਝੂਠ ਬੋਲੀ ਜਾਣਾ। ਬਈਆਲ ਸਾਹਿਬ ਵਿੱਚ ਨਾ ਬੋਲੋ 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 ਤੁਹਾਡੀ ਸਰਕਾਰ ਧੋਖੇਬਾਜ਼ ਆ ਤੁਹਾਡੀ ਸਰਕਾਰ ਧੋਖੇਬਾਜ਼ ਆ। ਅੱਜ ਪੰਜਾਬ ਦੀ ਜਨਤਾ ਕਹਿ ਰਹੀ ਆ ਤੁਸੀਂ ਆ ਪ੍ਰਸ਼ਾਂਤ ਕਿਸ਼ੋਰ ਨੂੰ ਚੋਰ ਧੋਖੇਬਾਜ਼ ਨੂੰ ਫੇਰ ਲੈ ਜਾਂਦਾ ਉਹ ਫੇਰ ਝੂਠ ਬੋਲੂਗਾ ਥੋਤੋਂ ਵੀ ਬਣਵਾਊਗਾ। ਆ ਜਾਂਦਾਗਾ ਪੰਜਾਬ ਦੇ ਵਿੱਚ ਕੀ ਦਿੱਤਾ ਉੱਥੇ ਤੁਸੀਂ ਬਿਲਕੁਲ ਲੋਕਾਂ ਨਾਲ ਠੱਗੀ ਮਾਰੀ ਹੈ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਨੇ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਲੋਕਾਂ ਨਾਲ ਬਿਲਕੁਲ ਝੂਠ ਬੋਲਿਆ
ਅੱਜ ਮੈਂ ਤੁਹਾਡੀਆਂ ਪੋਲਾਂ ਖੋਲਣ ਦੇ ਨਹੀਂ ਨਹੀਂ ਤੁਹਾਡੀ ਪੋਲ ਮੈਂ ਖੋਲ ਰਿਹਾ ਆ ਮੈਨੀਫੈਸਟੋ ਮੇਰੇ ਕੋਲ ਪਿਆ ਤੁਹਾਡਾ ਮੈਨੀਫੈਸਟੋ ਪਿਆ ਮੇਰੇ ਕੋਲ ਚਲੋ ਇੱਕ ਇੱਕ ਕਰਕੇ ਇੱਕ ਕਰਕੇ ਨਾ ਇੱਕ ਇੱਕ ਕਰਕੇ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਪੀਟੀਸੀ ਤੇ ਝੂਠ ਬੋਲ ਰਹੇ ਹੋ ਬਲੀਵਾਲ ਸਾਹਿਬ ਮਿੱਤਲ ਸਾਹਿਬ ਇੱਕ ਇੱਕ ਕਰਕੇ ਨਾ ਇੱਕ ਇੱਕ ਕਰਕੇ ਨਹੀਂ ਗਲਤ ਬੋਲ ਰਹੇ ਹੋ ਤੁਸੀਂ ਗਲਤ ਬੋਲ ਰਹੇ ਹੋ ਤੁਸੀਂ ਮੇਰੀ ਆਵਾਜ਼ ਨੂੰ ਦਬਾ ਨਹੀਂ ਸਕਦੇ ਪੰਜਾਬ ਦੇ ਲੋਕ ਸੁਣ ਰਹੇ ਨੇ ਇੱਕ ਮਿੰਟ ਬਲੀਵਾਲ ਸਾਹਿਬ ਮੈਂ ਆ ਪੰਜਾਬ ਦੇ ਲੋਕ ਸੁਣ ਰਹੇ ਨੇ ਇੱਕ ਇੱਕ ਕਰਕੇ ਜਵਾਬ ਲੈਣੇ ਇਦਾਂ ਪਤਾ ਨਹੀਂ ਲੱਗਣਾ ਮੇਰਾ ਘੁਟਾਲਾ ਹੋਇਆ ਪੰਜਾਬ ਦੇ ਲੋਕ ਸੁਣ ਰਹੇ ਨੇ ਅੱਛਾ ਬਲੀਵਾਲ ਸਾਹਿਬ ਇੱਕ ਮਿੰਟ ਬਲੀਵਾਲ ਸਾਹਿਬ ਇੱਕ ਮਿੰਟ ਆਣਾ ਮੈਂ ਵਾਪਸ ਮੈਂ ਸੱਚ ਬੋਲਿਆ ਤਾਂ ਤੁਸੀਂ ਭੜਕ ਗਏ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਮੇਰੀ ਗੱਲ ਪੂਰੀ ਉਹ ਘੁਟਾਲਾ ਹੋਇਆ ਉਹਦਾ ਜਵਾਬ ਦਿਓ ਦੇਖੋ ਗੱਲ ਇਹ ਹੈ ਮੈਂ ਕਹਿਣ ਲੱਗਾ ਸੀ ਕਿ ਜਦੋਂ ਸੁਰੇਸ਼ ਕੁਮਾਰ ਦੀ ਅਪਾਇੰਟਮੈਂਟ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤਾਂ ਇਹਨਾਂ ਨੇ ਸਪੈਸ਼ਲ ਪੀ ਚਿਦੰਬਰਮ ਸਾਹਿਬ ਨੂੰ ਉੱਥੇ ਅਪਾਇੰਟ ਕੀਤਾ ਉਹਨਾਂ ਨੂੰ ਕਹਿ ਰਿਹਾ 25 ਲੱਖ ਰੁਪਏ ਅਸੀਂ ਇੱਕ ਫੀਸ ਦਿੱਤੀ ਆ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਪੰਜਾਬ ਦੇ ਜਨਤਾ ਦਾ ਪੈਸਾ ਲੁੱਟਿਆ ਜਾ ਰਿਹਾ ਤੁਹਾਡਾ ਏਜੀ ਆਫਿਸ ਜਿਹਦੀ ਪੂਰੀ ਨਲਾਇਕੀ ਆ ਜਿਹਦੇ ਕਰਕੇ ਤੁਸੀਂ ਕੇਸ ਹਾਰ ਰਹੇ ਹੋ ਤੁਸੀਂ ਉਹਨਾਂ ਦੀ ਕੋਈ ਜਵਾਬਦੇਹੀ ਫਿਕਸ ਨਹੀਂ ਕਰਦੇ ਤੁਸੀਂ ਕਹਿ ਰਹੇ ਹੋ ਅਸੀਂ ਜਿਹੜੇ ਐਗਰੀਮੈਂਟ ਨੇ ਉਹਨਾਂ ਤੇ ਲੀਗਲ ਓਪੀਨੀਅਨ ਲਈ ਆ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ ਕਿੱਥੇ ਆ ਉਹ ਲੀਗਲ ਓਪੀਨੀਅਨ ਤੁਸੀਂ ਰੱਖੋ ਵਿਧਾਨ ਸਭਾ ਦੇ ਵਿੱਚ ਅਸੀਂ ਹਰ ਵਾਰ ਡਿਮਾਂਡ ਕਰਦੇ ਆ ਅਸੀਂ ਆਪਣਾ ਵਾਈਟ ਪੇਪਰ ਲੈ ਕੇ ਆਂਦਾ ਤੁਸੀਂ ਉਹਦੇ ਬੋਲੇ ਨਹੀਂ ਕੈਪਟਨ ਸਾਹਿਬ ਕਹਿੰਦੇ ਮੇਰੇ ਕੋਲ ਵਾਈਟ ਪੇਪਰ ਜੇਬ ਚ ਪਾ ਕੇ ਲਿਆ ਦਿਖਾ ਕੇ ਮੁੜ ਗਏ ਲੋਕਾਂ ਨੂੰ ਉਹ ਹੁਣ ਤੱਕ ਨਹੀਂ ਆਇਆ ਇੱਥੋਂ ਸਾਫ਼ ਕਲੀਅਰ ਹੈ ਕਿ ਤੁਸੀਂ ਲੋਕਾਂ ਨਾਲ ਝੂਠ ਬੋਲਿਆ ਲੋਕਾਂ ਨਾਲ ਠੱਗੀ ਮਾਰੀ ਆ ਤੁਹਾਨੂੰ ਹਰਪ੍ਰੀਤ ਜੀ ਯਾਦ ਹੋਊਗਾ ਜਦੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤਾ ਲੱਗਿਆ ਸੀ ਚੋਣ ਕਮਿਸ਼ਨ ਨੇ ਵੱਡੇ ਲੀਡਰਾਂ ਤੇ ਰੇੜਾਂ ਮਾਰੀਆਂ ਸੀਗੀਆਂ ਕਿੰਨੇ ਐਸਐਸਪੀ ਨੇ ਕਿੰਨੇ ਡੀਸੀ ਆਫਿਸਰ ਨੇ ਕਿੰਨੇ ਬਿਊਰੋਕਰੇਟਸ ਨੇ ਜਿਹੜੇ ਨਜਾਇਜ਼ ਤੌਰ ਤੇ ਏਸੀ ਚਲਾਉਂਦੇ ਨੇ ਨਜਾਇਜ਼ ਤੌਰ ਤੇ ਉੱਥੇ ਬਿਜਲੀ ਦੀ ਖਪਤ ਹੁੰਦੀ ਆ ਉਹਨਾਂ ਕਿੰਨੇ ਲੱਖਾਂ ਰੁਪਇਆ ਬਕਾਇਆ ਔਰ ਹਾਲੇ ਵੀ ਦੇਣਦਾਰੀਆਂ ਬਹੁਤ ਕਿਹਨੇ ਰਿਕਵਰ ਕਰਨਾ ਕਿਉਂ ਨਹੀਂ ਕੀਤਾ ਬਈਆ ਸਾਹਿਬ ਕਿਉਂ ਨਹੀਂ ਕੀਤਾ ਤੁਸੀਂ ਤੁਹਾਡਾ ਸਵਾਲ ਇਹ ਵੀ ਖੜਾ ਹੁੰਦਾ ਕਿਸੇ ਆਮ ਬੰਦੇ ਦਾ ਇੱਕ ਰੁਕੋ ਨਾ ਕਿਸੇ ਆਮ ਬੰਦੇ ਦਾ ਜੇ 1000 ਰੁਪਏ ਬਿੱਲ ਵੀ ਪੈਂਡਿੰਗ ਹੋ ਜਾਏ ਤਾਂ ਉਹਦਾ ਮੀਟਰ ਕੱਟ ਕੇ ਨਾਲ ਲੈ ਜਾਂਦੇ ਆ ਇੱਥੇ ਲੱਖਾਂ ਰੁਪਏ ਦੀ ਦੇਣਦਾਰੀ ਹੈ ਤਾਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਇਹ ਇੱਕ ਵੱਡਾ ਸਵਾਲ ਬਲੀਵਾਲ ਸਾਹਿਬ ਜ਼ਰੂਰ ਖੜਾ ਹੁੰਦਾ ਮੈਂ ਇੱਕ ਮਿੰਟ ਆਇਆ ਬਾਕੀ ਮਹਿਮਾਨਾਂ ਤੋਂ ਵੀ ਰਿਐਕਸ਼ਨ ਲੈ ਲੈਣਾ ਮੈਂ ਫਟਾਫਟ ਤਾਰੀ ਸਾਹਿਬ ਜਲਦੀ ਬੋਲੋ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਤੇ ਦੇਖੋ ਮੇਰੀ ਬਾਤ ਨੂੰ ਤੁਸੀਂ ਜਦੋਂ ਕਹਿ ਦਿੰਦੇ ਜਲਦੀ ਬੋਲੋ ਜੀ ਦੇਖੋ ਇਹਨਾਂ ਦੇ ਜਿਹੜੇ ਬਿਜਲੀ ਦੇ ਖਰਚਿਆਂ ਤੋਂ ਉਹਦੇ ਤੋਂ ਬਿਜਲੀ ਦੇ ਰੇਟਾਂ ਤੋਂ ਇਲਾਵਾ 20% ਜਿਹੜਾ ਹੈਗਾ ਟੈਕਸ ਲੈ ਰਹੇ ਆ 20% ਤੋਂ ਇਲਾਵਾ 2 ਪੈਸੇ ਪਰ ਯੂਨਿਟ ਜਿਹੜਾ ਹੈਗਾ ਗਊ ਸੈਸ ਜਿਹੜਾ ਹੈਗਾ ਲੋਕਾਂ ਤੋਂ ਇਕੱਠਾ ਕਰ ਰਹੇ ਹੈਗੇ ਆ ਸਵਾਲ ਇਹ ਹੈਗਾ ਕਿ ਇਕੱਠਾ ਕਰਕੇ ਲਾਉਂਦੇ ਕਿੱਥੇ ਹੈਗੇ ਆ ਗਊਆਂ ਦੀ ਜਿਹੜੀ ਹਾਲਤ ਹੈਗੀ ਆ ਉਹਦੇ 'ਚ ਇਹਨਾਂ ਨੇ ਕੀ ਕੀਤਾ ਆ ਬੜਾ ਵਧੀਆ ਮੇਰੇ ਕੋਲ ਇੱਕ ਚੈਨਲ ਵਾਲੇ ਆਏ ਸੀ ਮੈਂ ਹਾਲੇ ਡਾਟੇ ਇਕੱਠੇ ਕਰ ਰਿਹਾ ਇਹ ਕੁਝ ਦਿਨਾਂ ਦੇ ਵਿੱਚ ਤੁਹਾਡੇ ਚੈਨਲ ਤੇ ਚਲਾ ਦਾਂਗੇ ਜੀ ਸਾਡਾ ਛੋਟਾ ਜਿਹਾ ਜ਼ਿਲ੍ਹਾ ਹੈਗਾ ਜਿਹਦੇ ਵਿੱਚ ਥਾਣੇ ਦਾ ਮੀਟਰ ਨਹੀਂ ਕੱਟਿਆ ਜਾਂਦਾ ਬਿਜਲੀ ਆਪਣਾ ਜਿਹੜਾ ਹੈਗਾ ਕਚਹਿਰੀ ਦਾ ਮੀਟਰ ਨਹੀਂ ਕੱਟਿਆ ਜਾਂਦਾ ਹੋਰ ਜਿਹੜੇ ਸਰਕਾਰੀ ਅਦਾਰੇ ਹੈਗੇ ਉਹਨਾਂ ਦਾ ਬਿਜਲ ਨਹੀਂ ਕੱਟਿਆ ਜਾਂਦਾ ਔਰ ਉਹਨਾਂ ਦੇ ਲੱਖਾਂ ਰੁਪਏ ਦੇ ਮੈਂ ਤੁਹਾਨੂੰ ਦੱਸਦਾ ਕਿ 50 ਲੱਖ ਰੁਪਏ ਦੇ ਕਰੀਬ ਮੇਰੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਮੇਰਾ ਖਿਆਲ ਦੇਣਦਾਰੀਆਂ ਖੜੀਆਂ ਹੈਗੀਆਂ ਦੂਜੇ ਪਾਸੇ ਮੈਂ ਹੁਣੇ ਇੱਕ ਇੰਡਸਟਰੀ ਵਾਲੇ ਨਾਲ ਗੱਲ ਕਰ ਰਿਹਾ ਸੀ ਜਿਹਦਾ ਬਿੱਲ 1.25 ਕਰੋੜ ਰੁਪਈਆ ਜਿਹੜਾ ਹੈਗਾ ਪਰ ਮੰਥ ਆਉਂਦਾ ਹੈਗਾ ਉਸ ਨੂੰ ਜੇ 1 ਘੰਟਾ ਇਹਨਾਂ ਦੀ ਰਾਤ ਦੇ 12 ਵਜੇ ਕਹਦੇ ਉਹ ਜਿਹੜਾ ਹੈਗਾ ਕੰਪਿਊਟਰ ਨੇ ਆਪਣੇ ਆਪ ਚੱਕ ਲੈਣਾ ਜੇ ਉਸ ਟਾਈਮ ਤੇ ਰਸੀਦ ਨਹੀਂ ਗਈ ਉਹਨੇ ਇਹ ਵੀ ਦੱਸਿਆ ਕਿ ਮੇਰੀ ਰਸੀਦ ਮੈਂ ਕੱਢ ਲਈ ਸੀ ਇਹਨਾਂ ਦੇ ਉਹਦੇ ਚ ਚੜੀ ਨਹੀਂ ਸੀ ਰਿਕਾਰਡ ਦੇ ਵਿੱਚ ਮੈਨੂੰ ਇਹਨਾਂ ਨੇ 3 ਲੱਖ ਰੁਪਇਆ ਜੁਰਮਾਨਾ ਲਾਇਆ 3 ਲੱਖ ਰੁਪਇਆ ਮੈਂ ਜਾ ਕੇ ਜਿਹੜਾ ਹੈਗਾ ਇਹਨਾਂ ਦਾ ਟ੍ਰਿਬਿਊਨਲ ਉਹਦੇ ਵਿੱਚ ਕਲੀਅਰ ਕਰਕੇ ਲਿਆਇਆ ਪ੍ਰਾਈਵੇਟ ਬੰਦੇ ਦੇ ਉੱਤੇ ਇਹ ਜਿੰਨੇ ਕੁਹਾੜੇ ਫੇਰਦੇ ਹੈਗੇ ਆ ਉਹਦਾ ਪਹਿਲਾ ਮੀਟਰ ਡਿਸਕਨੈਕਟ ਕਰਦੇ ਆ ਆਪਣੇ ਆਪ ਉਹਦੇ ਜਿਹੜੇ ਹੈਗੇ ਚਾਰजेस ਜਿਹੜੇ ਹੈਗੇ ਕੰਪਿਊਟਰ ਉਹਨਾਂ ਨੂੰ ਪਾ ਦਿੰਦਾ ਹੈਗਾ ਸੋ ਇੱਕ ਅੱਜ ਤੁਹਾਡੇ ਚੈਨਲ ਦਿਖਾ ਰਿਹਾ ਸੀ ਕਿ ਇੱਕ ਗਰੀਬ ਆਦਮੀ ਜਿਹੜਾ ਹੈਗਾ ਜਿਹਦਾ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਸੀ ਪਰ ਇਹਨਾਂ ਨੇ ਉਹਨਾਂ ਦਾ ਬਿਜਲੀ ਦਾ ਬਿੱਲ ਕੱਟ ਕੇ ਉਹਨੂੰ 10,000 ਰੁਪਇਆ ਚਾਰजेस ਪਾਤੇ ਸੋ ਇੱਕ ਪੁਲਿਸ ਨਾਲੋਂ ਵੀ ਖਤਰਨਾਕ ਕੰਮ ਜਿਹੜਾ ਹੈਗਾ ਅੱਜ ਇਲੈਕਟ੍ਰਿਸਿਟੀ ਬੋਰਡ ਕਰ ਰਿਹਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈਗੀ ਆ ਦੇਖੋ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਰਾਜ ਕਰਦੀ ਆ ਔਰ ਮਾਡਲ ਦੇ ਦਿੱਲੀ ਵਾਲਾ ਇੱਥੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਦੀ ਜਿਹੜੀ ਧਰਾਤਲ ਪੋਜੀਸ਼ਨ ਹੈਗੀ ਆ ਉਹ ਬਿਲਕੁਲ ਡਿਫਰੈਂਟ ਹੈ ਬਾਰਡਰ ਸਟੇਟ ਹੈਗੀ ਆ ਟੈਰੋਰਿਜ਼ਮ ਦੇ ਨਾਲ ਇਹਨੂੰ ਲੜਨਾ ਪੈ ਰਿਹਾ ਔਰ ਇਹ ਵੱਡੀ ਹੈਗੀ ਆ ਬਹੁਤ ਸਾਰੀ ਔਰ ਅਲੱਗ-ਅਲੱਗ ਤਰ੍ਹਾਂ ਦੇ ਉੱਥੇ ਅਮੀਰ ਲੋਕਾਂ ਦਾ ਸ਼ਹਿਰ ਹੈਗਾ ਜਿਹਦੀ ਡੀਡੀਏ ਜਿਹੜੀ ਹੈਗੀ ਆ ਉਹਦੇ ਤੇ ਇਹਨਾਂ ਦਾ ਇੱਕ ਖਰਚਾ ਨਹੀਂ ਹੈਗਾ ਇੱਥੇ ਤਾਂ ਨਾਲੀਆਂ ਗਲੀਆਂ ਪੱਕੀਆਂ ਕਰਦੇ ਜਿਹੜਾ ਹੈਗਾ ਪੰਜਾਬ ਦਾ ਦਮ ਟੁੱਟਿਆ ਪਿਆ ਹੈਗਾ ਉਸ ਤੋਂ ਇਲਾਵਾ ਅੱਜ ਸਾਰਾ ਜਿਹੜਾ ਹੈਗਾ ਸੂਬਾ ਜਿਹੜਾ ਖੇਤੀ ਪ੍ਰਧਾਨ ਸੂਬਾ ਹੈਗਾ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਇਲੈਕਟ੍ਰਿਸਿਟੀ ਉਹਨਾਂ ਦੇ ਟਿਊਬਲਾਂ ਵਗੈਰਾ ਦੀ ਬਿਜਲੀ ਜਿਹੜੀ ਹੈਗੇ ਸਬਸਿਡੀ ਦੇਣੀ ਹੀ ਪਊਗੀ ਉਹ ਜਿਹੜੀ ਇਹਨਾਂ ਨੂੰ ਕੋਈ ਇਹਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਸਿਰਦਰਦੀ ਨਹੀਂ ਹੈ ਕੰਪੈਰੀਜ਼ਨ ਤੁਸੀਂ ਕਹਿ ਰਹੇ ਹੋ ਕੰਪੈਰੀਜ਼ਨ ਕਦੇ ਵੀ ਨਹੀਂ ਕਰਿਆ ਜਾ ਸਕਦਾ ਔਰ ਦੂਜੀ ਗੱਲ ਦੇਖੋ ਪੰਜਾਬ ਐਡਾ ਵੱਡਾ ਉਹ ਹੈਗਾ ਜਿਹਦੇ ਵਿੱਚ ਛੋਟੇ ਪਿੰਡ ਛੋਟੇ ਸ਼ਹਿਰ ਜਿਨ੍ਹਾਂ ਦੇ ਵਿੱਚ ਹੈਲਥ ਦੀ ਜਿਹੜੀ ਪ੍ਰੋਬਲਮ ਹੈਗੀ ਆ ਇਹਨਾਂ ਨੇ ਉੱਥੇ ਇੱਕ ਪੌਸ਼
ਜਿਹੜਾ ਇੰਟਰਨੈਸ਼ਨਲੀ ਜਿਹੜਾ ਹੈਗਾ, ਜਿਹਨੂੰ ਸੈਂਟਰ ਦੀ ਬਹੁਤ ਏਡ ਹੈਗੀ ਆ, ਇੱਕ ਪੋਰਾ ਖੱਡਾ ਨਹੀਂ ਹੈਗਾ ਉੱਤੇ, ਉਸ ਦਾ ਕੰਪੈਰੀਜ਼ਨ ਪੰਜਾਬ ਦੇ ਨਾਲ ਕਿਵੇਂ ਕਰਿਆ ਜਾ ਸਕਦਾ ਹੈ? ਇੱਕ ਇੱਕ ਕਰਕੇ ਲੈਣਾ ਨਾ ਮੈਂ। ਇੱਕ ਮਿੰਟ, ਰਜਿੰਦਰ ਭੰਡਾਰੀ ਹੋਰੀ ਬੜੀ ਦੇਰ ਤੋਂ ਹੱਥ ਖੜਾ ਕਰ ਰਹੇ। ਹਾਂਜੀ ਭੰਡਾਰੀ ਸਾਹਿਬ ਦੱਸੋ ਫਟਾਫਟ। ਠੀਕ ਹੈ ਹਰਪ੍ਰੀਤ ਜੀ। ਜੀ ਜੀ ਬੱਲਾ ਸਾਹਿਬ ਕਹਿ ਰਹੇ ਸੀਗੇ ਕਿ ਇਹ ਠੱਗੀ ਕਿੱਥੋਂ ਜੀ, ਅਸੀਂ ਕਿਹੜੀ ਠੱਗੀ ਮਾਰੀ? ਉਹ ਠੱਗੀ ਹੈ ਜਦ ਸਾਡੀ ਗਵਰਨਮੈਂਟ ਸੀ ਕਿ ਆਟਾ ਦਾਲ ਫ੍ਰੀ ਦੇਵਾਂਗੇ, ਅਸੀਂ ਆਂਦੇ ਇੱਕੋ ਦਮ ਫ੍ਰੀ, ਬਿਜਲੀ ਜਿਹੜੀ ਆ ਫ੍ਰੀ ਦੇਵਾਂਗੇ ਕਿਸਾਨਾਂ ਨੂੰ, ਆਂਦੇ ਫ੍ਰੀ, ਸਰਪਲਸ ਸਟੇਟ ਕਰਾਂਗੇ, ਬਿਜਲੀ ਦਾ ਸਰਪਲਸ ਸਟੇਟ ਕਰ ਲਈ। ਇਹਨਾਂ ਨੇ ਕੀਤਾ ਆਟਾ ਦਾਲ ਨਾਲ ਚਾਹ ਪੱਤੀ ਫ੍ਰੀ ਦੇਵਾਂਗੇ, ਦੇਸੀ ਘਿਓ ਵੀ ਫ੍ਰੀ ਦੇਵਾਂਗੇ। ਉਹ ਕਿੱਥੇ ਗਿਆ ਭਾਈ? ਇਹਦਾ ਮਤਲਬ ਤੁਸੀਂ ਠੱਗੀ ਨਹੀਂ ਮਾਰੀ ਔਰ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਔਰਤਾਂ ਲਈ ਫਿਰ ਬਿੱਲ ਦੇਖੋ ਮਾਫ਼, ਇਹਨਾਂ ਨੇ ਬੱਸਾਂ ਦੇ ਠੱਗੀਆਂ ਵੀ ਬਹੁਤ ਮਾਰੀਆਂ, ਮੁਦਰਾਏ ਮਾਫ਼। ਲੁੱਟਿਆ ਵੀ ਹੈ। ਇਹਨਾਂ ਦਾ ਧਰਮ ਸੌਤ, ਉਹਨੇ ਐਸਸੀ ਵਜ਼ੀਫਾ ਸੀ ਉਹੀ ਖਾ ਗਿਆ। ਭੰਡਾਰੀ ਸਾਹਿਬ ਆਪਾਂ ਖੱਬੇ ਸੱਜੇ ਨਾ ਜਾਈਏ ਨਾ, ਆਪਾਂ ਬਿਜਲੀ ਤੇ ਰੱਖੀਏ। ਆਪਾਂ ਬਿਜਲੀ ਤੇ ਜਾਂ ਮੈਂ ਇੱਕ ਮਿੰਟ, ਇਹਨਾਂ ਨੂੰ ਕਿਉਂ 500 ਦੇਣਗੇ ਨਾਲ? ਠੀਕ ਹੈ ਇੱਕ ਮਿੰਟ ਆਣਾ ਮੈਂ ਇੱਕ ਗੱਲ ਮੈਂ ਹੋਰ ਤੁਹਾਡੇ ਤੋਂ ਜਾਣਨਾ ਚਾਹਨਾ ਮਿੱਤਲ ਸਾਹਿਬ। ਚਲੋ ਬਿਜਲੀ ਦੇ ਨਾਲ ਇੱਕ ਹੋਰ ਜ਼ਰੂਰੀ ਹੈ ਕਿ ਅਸੀਂ ਸਿਰਫ ਮੁਖਾਲਫਤ ਹੀ ਕਰਨੀ ਆ ਹਰ ਕੰਮ ਦੀ? ਕੋਈ ਵੀ ਫੈਸਲਾ ਆਪਾਂ ਚਲੋ ਸਵਾਗਤ ਨਹੀਂ ਕਰਨਾ ਤੇ ਘੱਟੋ ਘੱਟ ਚੁੱਪ ਰਹੀਏ। ਹੁਣ ਇਹਨਾਂ ਨੇ ਇੱਕ ਹੋਰ ਫੈਸਲਾ ਕੀਤਾ ਕਿ ਅਸੀਂ ਮੁਫਤ ਸਫ਼ਰ ਦੇਵਾਂਗੇ ਬੀਬੀਆਂ ਨੂੰ, ਤੁਸੀਂ ਉਹਦੀ ਵੀ ਮੁਖਾਲਫਤ ਕਰੀ ਜਾਂਦੇ ਹੋ, ਤੁਸੀਂ ਧੋਖਾ ਕਹੀ ਜਾਂਦੇ ਹੋ। ਪਹਿਲਾਂ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਤੇ ਚੱਲ ਰਹੇ ਨੇ, ਪਰ ਨਾਲ ਹੀ ਤੁਸੀਂ ਇਹਨਾਂ ਨੂੰ ਫਰਾਡ ਕਹਿ ਦਿੱਤਾ ਕਿ ਇਹ ਧੋਖਾਧੜੀ ਹੈ। ਨਹੀਂ ਦੇਖੋ ਹਰਪ੍ਰੀਤ ਜੀ, ਗੱਲ ਇਹ ਆ, ਅਸੀਂ ਦੇਖੋ ਵਿਰੋਧੀ ਧਿਰ ਦਾ ਕੰਮ ਕੀ ਹੁੰਦਾ? ਵਿਰੋਧੀ ਧਿਰ ਦਾ ਕੰਮ ਇਹ ਹੁੰਦਾ ਕਿ ਲੋਕਾਂ ਦੇ ਜਨ ਕਲਿਆਣ ਦੇ ਲਈ ਸਰਕਾਰ ਦੇ ਉੱਤੇ ਆਪਣਾ ਦਬਾਅ ਬਣਾਵੇ ਔਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰੇ ਔਰ ਸਰਕਾਰ ਨੂੰ ਉਹਨਾਂ ਦੇ ਜਿਹੜੇ ਵਾਅਦੇ ਕੀਤੇ ਹੋਏ ਨੇ ਉਹ ਯਾਦ ਦਿਲਾਵੇ। ਔਰ ਆਮ ਆਦਮੀ ਪਾਰਟੀ ਪੂਰਾ ਵਿਰੋਧੀ ਧਿਰ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰ ਰਹੀ ਹੈ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਬੱਸ ਸਫ਼ਰ ਦੀ, ਅਸੀਂ ਬੱਸ ਸਫ਼ਰ ਦੀ ਕੋਈ ਆਲੋਚਨਾ ਨਹੀਂ ਕਰਦੇ, ਅਸੀਂ ਕਹਿ ਰਹੇ ਹਾਂ ਕਿ ਹੋਣੀ ਚਾਹੀਦੀ ਆ। ਪਰ ਤੁਸੀਂ ਇਹ ਤਾਂ ਦੱਸੋ ਕਿ ਅੱਜ ਸਰਕਾਰੀ ਜਿਹੜਾ ਬੱਸਾਂ ਦਾ ਬੇੜਾ ਉਹ ਕਿੰਨਾ ਪੰਜਾਬ ਦੇ ਅੰਦਰ ਕਿੰਨੀਆਂ ਸਰਕਾਰੀ ਬੱਸਾਂ ਨੇਗੀਆਂ? ਅੱਜ ਪ੍ਰਾਈਵੇਟ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਉਹਨੇ ਕਬਜ਼ਾ ਕੀਤਾ ਹੋਇਆ ਪੰਜਾਬ ਦੇ ਸਾਰੀ ਟਰਾਂਸਪੋਰਟ ਦੇ ਉੱਪਰ। ਇਹਨਾਂ ਦਾ ਵਾਅਦਾ ਸੀਗਾ ਚੋਣਾਂ ਤੋਂ ਪਹਿਲਾਂ, ਫਿਰ ਤੁਸੀਂ ਕਹੋਗੇ ਕਿ ਮੈਂ ਮੈਨੀਫੈਸਟੋ ਦੀ ਗੱਲ ਕਰ ਰਿਹਾ। ਮੈਨੀਫੈਸਟੋ ਦੇ ਵਿੱਚ ਇਹਨਾਂ ਕਿ ਅਸੀਂ ਨਵੀਂ ਟਰਾਂਸਪੋਰਟ ਪਾਲਿਸੀ ਲੈ ਕੇ ਆਵਾਂਗੇ। ਹਾਈ ਕੋਰਟ ਦੇ ਵਿੱਚ ਮੈਟਰ ਚੱਲਿਆ, ਇਹ ਕਿਉਂ ਨਹੀਂ ਉਹਨੂੰ ਰਿਵਿਊ ਕਰਦੇ? ਸਾਰੇ ਇਹਨਾਂ ਦੇ ਨਵਜੋਤ ਸਿੱਧੂ ਤੋਂ ਲੈ ਕੇ ਸਾਰੇ ਮੰਤਰੀ ਕਹਿੰਦੇ ਨੇ ਜੀ ਜਿਹੜੇ ਪ੍ਰਾਈਵੇਟ ਵੱਡੇ ਟਰਾਂਸਪੋਰਟਰ ਨੇ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਦੌਰਾਨ ਕਬਜ਼ਾ ਕੀਤਾ, ਜਿਨ੍ਹਾਂ ਨੇ ਆਪਣੇ ਰੂਟ ਵਧਾਏ, ਜਿਨ੍ਹਾਂ ਨੇ ਇਲੀਗਲ ਤਰੀਕੇ ਨਾਲ ਕੀਤਾ, ਉਹਨੇ ਤੁਸੀਂ ਜਾਂਚ ਕਿਉਂ ਨਹੀਂ ਕਰਦੇ? ਤੁਹਾਨੂੰ ਕੀ ਡਰ ਹੈ? ਤੁਸੀਂ ਕੀ ਮਿਲੇ ਹੋਏ ਹੋ? ਕੀ ਤੁਹਾਡਾ ਵੀ ਕੋਈ ਇੰਟਰਸਟ ਹੈਗਾ? ਦੱਸੋ ਫਿਰ ਲੋਕਾਂ ਨੂੰ। ਅੱਜ ਤੁਸੀਂ ਸਰਕਾਰੀ ਬੱਸਾਂ ਦਾ ਇਹ ਹਾਲ ਆ ਕਿ ਐਲਓਪੀ ਸਾਹਿਬ ਦੇ ਏਰੀਆ 'ਚ ਕਿਹੜੀ ਬੱਸ ਜਾਂਦੀ ਹੈ? ਨਹੀਂ ਜਾਂਦੀ। ਡਿਪਟੀ ਐਲਓਪੀ ਸਾਹਿਬ ਦੇ ਏਰੀਆ 'ਚ ਕਿਹੜੀ ਬੱਸ ਜਾਂਦੀ ਹੈ? ਨਹੀਂ ਜਾਂਦੀ। ਮੇਰੇ ਆਪਣੇ ਪਿੰਡ ਕਿਹੜਾ ਸਰਕਾਰੀ ਰੂਟ ਹੈ? ਨਹੀਂ ਰੂਟ ਹੈ। ਤੁਸੀਂ ਪ੍ਰਾਈਵੇਟ ਬੱਸਾਂ ਨੂੰ ਜਵਾਬ ਲੈਣਾ। ਇੱਕ ਮਿੰਟ ਬਲੀਵਾਲ ਸਾਹਿਬ ਜਵਾਬ ਤਿਆਰ ਰੱਖਿਓ, ਜਵਾਬ ਲਾਂਗੇ ਤੁਹਾਡੇ ਤੋਂ ਇਕੱਠੇ ਹੀ। ਹਾਂਜੀ ਤਾਰਨੀ ਸਾਹਿਬ ਜਲਦੀ। ਮੈਂ ਤਾਰਨੀ ਸਾਹਿਬ ਦੀ ਇੱਕ ਗੱਲ ਦਾ ਜਵਾਬ ਦੇਣਾ। ਇੱਕ ਮਿੰਟ ਇਕੱਠਾ ਕਰ ਲੈਣਾ ਨਾ। ਮੈਂ ਨਾ ਵੈਸੇ ਆ ਤੁਸੀਂ ਬੜਾ ਵਧੀਆ ਮੁੱਦਾ ਜਿਹੜਾ ਦੂਸਰਾ ਚੱਕਿਆ ਹੈਗਾ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਰਪ੍ਰੀਤ ਜੀ, ਕੱਲ ਇੱਕ ਮਦਰਾਸ ਹਾਈ ਕੋਰਟ ਨੇ ਜਿਹੜਾ ਹੈਗਾ ਡਬਲ ਬੈਂਚ ਨੇ ਜਿਹੜਾ ਹੈਗਾ ਜੱਜਮੈਂਟ ਦਿੱਤੀ ਹੈਗੀ ਆ, ਜਿਹਦੇ ਵਿੱਚ ਨਾ ਮੈਨੂੰ ਇਹ ਇੰਜ ਲੱਗਦਾ ਆ ਵੀ ਇਹ ਕਾਂਗਰਸ ਵਾਲੇ ਇੰਨੇ ਬੁਖਲਾ ਗਏ ਬੁਰੀ ਤਰ੍ਹਾਂ, ਇਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਜਿਵੇਂ ਨਕਲ ਮਾਰਦੇ ਫਿਰਦੇ ਹੁੰਦੇ ਆ। ਸਵਾਲ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਨਹੀਂ ਹੈਗਾ ਕਿ ਬੱਸਾਂ ਦੇ ਵਿੱਚ ਜਿਹੜਾ ਹੈਗਾ ਔਰਤਾਂ ਲਈ ਸਫ਼ਰ ਜਿਹੜਾ ਹੈਗਾ ਫ੍ਰੀ ਨਹੀਂ ਹੋਣਾ ਚਾਹੀਦਾ, ਮੈਂ ਇਸ ਦੇ ਹੱਕ ਦੇ ਵਿੱਚ ਹੈਗਾ। ਪਰ ਉਹਦੇ ਵਿੱਚ ਟਿੱਪਣੀ ਕੀ ਕੀਤੀ ਦੋਵੇਂ ਡਬਲ ਬੈਂਚ ਨੇ? ਟਿੱਪਣੀ ਇਹ ਕੀਤੀ ਕਿ ਅੱਜ ਇੱਕ ਹੋੜ ਲੱਗੀ ਕਿ ਦਿੱਲੀ ਨੇ ਜਿਹੜੀ ਹੈਗੀ ਆ ਜੇ 1500 ਰੁਪਇਆ ਪੈਨਸ਼ਨ ਦਿੱਤੀ ਹੈਗੀ ਆ, ਜਾਂ ਇੱਕ ਪਾਰਟੀ ਨੇ 1500 ਰੁਪਇਆ ਪੈਨਸ਼ਨ ਦਿੱਤੀ ਆ, ਦੂਏ ਕਹਿੰਦੇ ਅਸੀਂ 2000 ਰੁਪਏ ਦਵਾਂਗੇ। ਇਹ ਜਿਹੜੇ ਹੈਗੇ ਆ ਲੋਕਾਂ ਦੇ ਪਬਲਿਕ ਮਨੀ ਦਾ, ਲੋਕਾਂ ਦੇ ਟੈਕਸਾਂ ਦਾ ਦੁਰਵਰਤੋਂ ਕਰ ਰਹੇ ਹੈਗੇ। ਹੁਣ ਤੂੰ ਜਿਹੜੀ ਇਹਦੀ ਗੱਲ ਕੀਤੀ ਜਾਵੇ, ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਕਿੰਨੀਆਂ ਸਰਕਾਰੀ ਬੱਸਾਂ ਚੱਲਦੀਆਂ, ਸਰਕਾਰੀ ਬੱਸਾਂ ਦੀ ਹਾਲਤ ਕੀ ਹੈਗੀ ਆ। ਉਹਦੇ ਵਿੱਚ ਜਿਹੜੀਆਂ ਹੈਗੀਆਂ ਏਸੀ ਬੱਸਾਂ ਹੈਗੀਆਂ ਜਾਂ ਵੋਲਵੋ ਬੱਸਾਂ ਹੈਗੀਆਂ, ਉਹਨਾਂ ਦੇ ਵਿੱਚ ਇਹ ਮਾਫ ਨਹੀਂ ਹੈਗੀ। ਮੈਂ ਇੱਕ ਗੱਲ ਕਹਿਣਾ ਕਿ ਕੁਝ ਲੋਕ ਜਿਹੜੇ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਆ, ਜੌਬ ਕਰਦੇ ਹੈਗੇ ਆ, ਉਹਨਾਂ ਦੇ ਆਧਾਰ ਕਾਰਡ ਜਾਂ ਐਡਰੈਸ ਉਹਦੇ ਦੇ ਬਣੇ ਪਏ ਹੈਗੇ ਆ, ਕੀ ਪੰਜਾਬ ਦੇ ਉਹ ਵਸਨੀਕ ਨਹੀਂ ਹੈਗੇ? ਪੰਜਾਬ ਨੂੰ ਇਹਨਾਂ ਨੇ ਆਪਣੇ ਆਪ ਹੀ ਜਿਹੜਾ ਹੈਗਾ ਭਰੇ ਜਿਹੜਾ ਹੈਗਾ ਉਸ ਗੱਲ ਤੋਂ ਕਰਤਾ। ਔਰ ਦੂਜੀ ਗੱਲ, ਇਹ ਬੈਠੇ ਹੈਗੇ ਆ ਭੰਡਾਰੀ ਸਾਹਿਬ, ਇਹ ਤਾਂ ਹਰ ਚੀਜ਼ ਨੂੰ ਪ੍ਰਾਈਵੇਟੇਸ਼ਨ ਕਰਨ ਲੱਗੇ ਵੇਗੇ ਆ। ਜਹਾਜ਼ ਇਹਨਾਂ ਨੇ ਪ੍ਰਾਈਵੇਟ ਕਰਤੇ, ਇਹਨਾਂ ਨੇ ਜਿਹੜੀ ਹੈਗੀ ਰੇਲ ਗੱਡੀਆਂ ਇਹਨਾਂ ਨੇ ਪ੍ਰਾਈਵੇਟ ਕਰਤੀਆਂ, ਔਰ ਬੱਸਾਂ ਦੀ ਪ੍ਰਾਈਵੇਟੇਸ਼ਨ ਦੇ ਉੱਤੇ ਇਹ ਰੌਲਾ ਪਾ ਰਹੇ ਹੈਗੇ ਆ। ਜੇ ਕੋਈ ਬੈਟਰ ਫੈਸਿਲਿਟੀ ਕਿਸੇ ਨੂੰ ਦਿੱਤੀ ਜਾ ਸਕਦੀ ਹੈਗੀ ਆ, ਉਸੇ ਰੇਟ ਦੇ ਉੱਤੇ ਦਿੱਤੀ ਜਾ ਸਕਦੀ ਹੈਗੀ ਆ, ਤਾਂ ਉਹਦੇ ਉੱਤੇ ਇਤਰਾਜ਼ ਕੀ ਹੋ ਸਕਦਾ ਕਿਸੇ ਦਾ? ਔਰ ਦੂਜੀ ਗੱਲ, ਇੱਕ ਮਿੰਟ ਜੀ, ਇੱਕ ਮਿੰਟ,
ਜੇ ਇਹ ਇੰਨੀ ਗੱਲ ਇਹਨਾਂ ਕੋਲ ਹੈਗੀ ਆ, ਇਹ ਰੂਟ ਜਿਹੜੇ ਹੈਗੇ ਆ ਪਿੰਡਾਂ ਨੂੰ ਕਿਉਂ ਨਹੀਂ ਇਹਨਾਂ ਨੇ ਲਾਏ? ਸਹੂਲਤ ਉੱਥੇ ਦੇਣੀ ਹੈ, ਮਿੰਨੀ ਅਸਲ ਬੱਸਾਂ ਦੇ ਪਰਮਿਟ ਕੱਢ ਰਹੇ ਆ। ਮੈਂ ਇੱਕੋ ਗੱਲ ਕਰਕੇ ਬਸ ਇੱਕ ਸੈਕਿੰਡ ਦੇ ਇਸ ਤਰ੍ਹਾਂ ਨਹੀਂ ਮਿੱਤਲ ਸਾਹਿਬ ਮੇਰੀ ਗੱਲ ਸਮਾਂ ਦਿੱਤਾ ਐਵੇਂ ਨਾ ਮੈਂ ਇੱਕ ਸਕਿੰਟ ਬੋਲਣਾ, ਇੱਕ ਸਕਿੰਟ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਪੁੱਛਣਾ। ਮੈਂ ਬਲੀਏਵਾਲ ਸਾਹਿਬ ਨੂੰ ਮੇਰਾ ਕੁਐਸਚਨ ਇਹ ਹੈਗਾ ਕਿ ਬਲੀਏਵਾਲ ਸਾਹਿਬ ਇਹ ਨਵਾਂ ਖੂਹ ਜਿਹੜਾ ਹੈਗਾ ਟੈਕਸ ਪੇਅਰ ਵਾਸਤੇ ਤੁਸੀਂ ਪੱਟ ਦਿੱਤਾ ਹੈਗਾ, ਇਹ ਟੈਕਸ ਦੀ ਗੱਲ ਜਿਹੜਾ ਹੈਗਾ ਕਿਰਾਏ ਮਾਫ ਕਰਨ ਦੀ, ਮੈਨੂੰ ਇਹ ਦੱਸੋ ਕਿ ਆਮਦਨ ਦਾ ਜ਼ਰੀਆ ਕਿਹੜਾ ਬਣਾਇਆ ਹੈਗਾ? ਆਮਦਨ ਦਾ ਜ਼ਰੀਆ ਬਣਾ ਕੇ ਖਰਚਾ ਜਿੰਨਾ ਮਰਜ਼ੀ ਕਰੋ ਤੁਸੀਂ ਇਹ ਦੱਸੋ ਵੀ ਇਨਕਮ ਦਾ ਸੋਰਸ ਜਿਹੜਾ ਹੈਗਾ ਪਿਛਲੇ 5 ਸਾਲਾਂ ਦੇ ਵਿੱਚ ਇੱਕ ਕਿੱਥੇ ਇਕੱਠਾ ਕੀਤਾ, ਔਰ ਤੁਸੀਂ ਇਹ ਜਨਤਾ ਨੂੰ ਦੱਸੋ। ਸਵਾਲ ਬਲੀਏਵਾਲ ਸਾਹਿਬ ਇਹ ਹੈ, ਇਹਦੇ ਨਾਲ ਹੀ ਜੁੜਦੇ 2-3 ਸਵਾਲ ਇਹ ਨੇ। ਬੜੇ ਸਾਰੇ ਲੋਕ ਇਹ ਇਤਰਾਜ਼ ਕਰ ਰਹੇ ਨੇ ਕਿ ਤੁਹਾਨੂੰ ਇਹ ਪਤਾ ਕਿ ਪਿੰਡਾਂ ਦੇ ਵਿੱਚ ਸਰਕਾਰੀ ਬੱਸਾਂ ਚੱਲਦੀਆਂ ਨੇ ਕਿ ਨਹੀਂ ਚੱਲਦੀਆਂ, ਪ੍ਰਾਈਵੇਟ ਬੱਸਾਂ ਚੱਲਦੀਆਂ ਨੇ, ਮਿੰਨੀ ਬੱਸਾਂ ਚੱਲਦੀਆਂ ਨੇ, ਸਰਕਾਰੀ ਬੱਸਾਂ ਤਾਂ ਚੱਲਦੀਆਂ ਹੀ ਨਹੀਂ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਨਾ ਤਾਂ ਵੋਲਵੋ ਦੇ ਵਿੱਚ ਤੁਸੀਂ ਫ੍ਰੀ ਸਫ਼ਰ ਦੇ ਰਹੇ ਹੋ, ਨਾ ਏਸੀ ਦੇ ਵਿੱਚ ਸਫ਼ਰ ਦੇ ਰਹੇ ਹੋ। ਬਹੁਤ ਔਰਤਾਂ ਇਹ ਕਹਿੰਦੀਆਂ ਨੇ ਕਿ 4 ਔਰਤਾਂ ਖੜੀਆਂ ਹੋਣ ਤੇ ਬੱਸਾਂ ਖੜਦੀਆਂ ਹੀ ਨਹੀਂ, ਉਹ ਭਜਾ ਕੇ ਲੈ ਜਾਂਦੇ ਆ। ਅੱਜ ਵੀਡੀਓ ਵਾਇਰਲ ਹੋ ਰਹੀ ਹੈ, ਇਹ ਬੇਮਾਇਨਾ ਜਿਹਾ ਲੱਗਦਾ। ਇੱਕ ਮਿੰਟ ਰਜਿੰਦਰ ਭੰਡਾਰੀ ਹੋਰਾਂ ਨੂੰ ਮੈਨੂੰ ਲੱਗਦਾ ਮੇਰੀ ਆਵਾਜ਼ ਆ ਗਈ। ਭੰਡਾਰੀ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਹਾਂ, ਤੁਸੀਂ ਇਹਦੇ ਤੇ ਕੀ ਟਿੱਪਣੀ ਹੈ ਤੁਹਾਡੀ? ਇਕੱਠਾ ਹੀ ਜਵਾਬ ਲੈਣੇ। ਏਦਾਂ ਹੈ, ਜਦ ਨਾ ਬਜਟ ਜਦ ਕੀਤਾ ਸੀ ਨਾ ਉਹਨਾਂ ਨੇ ਪ੍ਰੈਜ਼ੈਂਟ, ਤੇ ਉਹਨਾਂ ਨੇ 2 ਗੱਲਾਂ ਕਹੀਆਂ ਸੀ ਮਨਪ੍ਰੀਤ ਹੋਣਾ ਨੇ। ਉਹ ਕਹਿੰਦੇ ਜੀ ਸਰਕਾਰੀ ਬੱਸਾਂ 'ਚ ਤਾਂ ਸੀਟਾਂ ਹੀ ਜਿਹੜੀਆਂ ਖਾਲੀ ਜਾਂਦੀਆਂ, ਇਸ ਕਾਰਨ ਜੇ ਅਸੀਂ ਲੇਡੀਜ਼ ਨੂੰ ਫ੍ਰੀ ਦੇ ਦਈਏ ਕੋਈ ਦਿੱਕਤ ਨਹੀਂ, ਸਾਨੂੰ ਫਾਇਦਾ ਹੈ। ਉਹ ਕਹਿੰਦੇ ਜੀ ਕਿੱਦਾਂ? ਕਹਿੰਦੇ ਜੇ ਲੇਡੀ ਆਊਗਾ ਤੇ ਉਹਨਾਂ ਦਾ ਹਸਬੰਡ ਵੀ ਨਾਲ ਆ ਕੇ ਬੈਠੂਗਾ। ਇਹਨਾਂ ਦੀ ਨੀਅਤ ਹੈ, ਲੌਜਿਕ ਇਹ ਹੈ। ਨੰਬਰ 2, ਇਹ ਕੱਲੀ ਬੱਸਾਂ ਦੀ ਕਿਉਂ ਗੱਲ ਕਰਦੇ ਆ? ਲੇਡੀਜ਼ ਨੂੰ ਕੋਈ ਫਾਇਦਾ ਦੇਣਾ, ਉਹਨੂੰ ਨੌਕਰੀਆਂ ਦੇਣ, ਉਹਨਾਂ ਨੂੰ ਫਾਇਦਾ ਦੇਣਾ ਤੇ ਕਿਹੜਾ ਘਿਓ ਤੇ ਚਾਹ ਪੱਤੀ ਗਈ ਸੀ ਉਹ ਦੇਣ, ਹੋਰ ਕਈ ਪ੍ਰੋਮਿਸ ਕੀਤੇ ਉਹ ਕਰਨ। ਇਹ ਖਾਲੀ ਸੀਟਾਂ ਉਹਨਾਂ ਕੋਲ ਹੈਗੀ ਆ ਉੱਥੇ, ਇਸ ਕਾਰਨ ਉਹਨਾਂ ਨੂੰ ਫ੍ਰੀ ਦੇ ਦਿਓ। ਠੀਕ ਹੈ। ਹਾਂਜੀ ਬਲੀਵਾਲ ਸਾਹਿਬ ਹੁਣ ਦਿਓ ਜਵਾਬ। ਬਲੀਵਾਲ ਸਾਹਿਬ ਮੈਂ ਗੱਲ ਉਸੇ ਤੇ ਕਰਨੀ ਚਾਹੁੰਦਾ ਸੀਗਾ, ਤੇ ਪਹਿਲਾਂ ਮੈਂ ਉਹ PSPCL ਵਾਲਾ ਇੱਕ ਮਾੜਾ ਜਿਹਾ ਕਲੀਅਰ ਕਰਨਾ ਚਾਹੁੰਦਾ। ਜਦੋਂ ਸਾਨੂੰ ਦੇ ਕੇ ਗਏ ਨੇ ਉਦੋਂ ਨਾ PSPCL 1695 ਕਰੋੜ ਦੇ ਘਾਟੇ 'ਚ ਸੀ, ਤੇ ਜਦੋਂ ਅਸੀਂ ਲੈ ਕੇ ਆਏ ਤਾਂ ਹੁਣ ਪ੍ਰੋਫਿਟ 'ਚ ਲੈ ਆਏ ਆ। ਇਹ ਸਾਡੀ ਪ੍ਰਾਪਤੀ ਹੈ ਕਿਉਂਕਿ ਉਦੋਂ ਲੁੱਟ ਚੱਲਦੀ ਸੀ। ਹੁਣ ਇਹਨਾਂ ਨੇ ਮਦਰਾਸ ਹਾਈ ਕੋਰਟ ਦੀ ਇੱਕ ਟਿੱਪਣੀ ਕੀਤੀ ਹੈ ਧਾਰਨੀ ਸਾਹਿਬ ਨੇ, ਇਹ ਕੱਲ ਉਹਨਾਂ ਨੇ ਕਿਹਾ ਉਸ ਅਕੋਰਡਿੰਗਲੀ ਤਾਂ ਫ੍ਰੀ ਬਿਜਲੀ ਜਿਹੜੀ ਕਿਸਾਨਾਂ ਨੂੰ ਦੇਣੀ ਬਣਦੀ ਹੈ ਉਹ ਵੀ ਬੰਦ ਕਰਦੀ ਹੈ ਜੀ। ਉਸੇ ਤੇ ਵੀ ਕੁਐਸਚਨ ਆ ਗਿਆ, ਤੁਸੀਂ ਇਸ ਚੀਜ਼ ਦੇ ਹਮਾਇਤੀ ਹੋ ਕਿ ਕਿਸਾਨਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ ਤੇ ਅਸੀਂ ਨਹੀਂ ਦੇਈਏ? ਤੇ ਅੱਜ ਉਸੇ ਜਿਹੜਾ ਸਫ਼ਰ ਅਸੀਂ ਬੀਬੀਆਂ ਲਈ ਮੁਫਤ ਕੀਤਾ ਵਾ ਉਹ ਤੇ ਤੁਸੀਂ ਕੁਐਸਚਨ ਚੱਕਣਾ ਸ਼ੁਰੂ ਕਰਤਾ। ਕੀ ਧੀਆਂ ਭੈਣਾਂ ਹੈ ਨਹੀਂ ਕਿ ਮੰਨਿਆ ਵੱਡੇ ਟਰਾਂਸਪੋਰਟਰ ਹੋ ਤੁਸੀਂ, ਤੁਹਾਡੀ ਪਾਰਟੀ ਦੇ ਬਹੁਤ ਜਿਹੜੇ ਸੀਨੀਅਰ ਲੀਡਰ ਆ ਉਹਨਾਂ ਦੀਆਂ ਵੱਡੀਆਂ ਟਰਾਂਸਪੋਰਟਾਂ ਚੱਲਦੀਆਂ, ਪਰ ਕੱਲ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਅਪੀਲ ਕੀਤੀ ਹੈ ਕਿ ਉਹ ਵੀ ਮਾਫ ਕਰ ਦੇਣ, ਕੁਝ ਰਿਆਇਤਾਂ ਦੇ ਦੇਣ ਤਾਂ ਜੋ ਪੰਜਾਬ ਦੀਆਂ ਜਿਹੜੀਆਂ ਮਹਿਲਾਵਾਂ ਨੇ ਸਾਡੀਆਂ ਭੈਣਾਂ ਉਹ ਸੁੱਖ ਦਾ ਸਾਹ ਲੈਣ। ਤੁਹਾਡੀ ਸਰਕਾਰ ਤਾਂ ਕਹਿੰਦੀ ਸੀ ਰੂਟ ਬੰਦ ਕਰਾਂਗੇ, ਹੁਣ ਤੁਸੀਂ ਤਾਂ ਕਹਿੰਦੇ ਸੀ ਪ੍ਰਾਈਵੇਟ ਵਾਲਿਆਂ ਦੇ ਰੂਟ ਬੰਦ ਕਰਾਂਗੇ। ਜਿਹੜੀ ਤੁਸੀਂ ਨਹੀਂ, ਜਿਹੜੀ ਮੈਂ ਗੱਲ ਕਰ ਰਿਹਾ ਇੱਕ ਮਿੰਟ ਗੱਲ ਤਾਂ ਸੁਣ ਲਓ। ਹੁਣ ਮੈਂ 1 ਮਿੰਟ ਗੱਲ ਉਹਨਾਂ ਨੂੰ ਗੱਲ ਕਰ ਰਹੇ ਮਿੱਤਲ ਸਾਹਿਬ ਨੂੰ ਕਰ ਲੈਣ ਦੋ ਗੱਲ। ਹਾਂਜੀ ਮੈਂ ਗੱਲ ਕਰ ਰਿਹਾ, ਤੁਸੀਂ ਕਹਿ ਰਹੇ ਹੋ ਕਿ ਸਾਰੇ ਇੰਟਰਰਾਜਰੀ ਰੂਟ ਤੇ ਜਿੱਥੇ ਬੱਸਾਂ ਚੱਲੀਆਂ ਅਸੀਂ ਪੂਰੇ ਪੰਜਾਬ ਦੇ ਵਿੱਚ ਫ੍ਰੀ ਕੀਤਾ। ਦਿੱਲੀ ਵਾਂਗੂ ਕੱਲੇ ਲੋਕਲ ਬੱਸਾਂ 'ਚ ਥੋੜਾ ਫ੍ਰੀ ਹੈ, ਇਹ DTC ਚੱਲਦੀ ਹੈ, ਪੰਜਾਬ ਨੂੰ ਵੀ ਆਉਂਦੀ ਹੈ, ਹਰਿਦੁਆਰ ਨੂੰ ਵੀ ਜਾਂਦੀ ਹੈ, ਬਾਕੀ ਜਗ੍ਹਾ ਹੀ ਜਾਂਦੀ ਹੈ। ਕਿ ਦਿੱਲੀ ਸਰਕਾਰ ਨੇ ਫ੍ਰੀ ਕੀਤਾ 10 ਰੁਪਏ ਦੀ ਟਿਕਟ ਮਾਫ ਕਰਕੇ ਤੁਸੀਂ ਹੀਰੋ ਬਣਦੇ ਹੋ? ਸਾਨੂੰ ਦੱਸੋਗੇ? ਅਸੀਂ ਤਾਂ 2-2-250 ਰੁਪਏ ਟਿਕਟ ਹੈਗੀ ਹੈ ਇੱਥੋਂ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣ ਦੀ, ਅਸੀਂ ਉਹ ਮਾਫ ਕੀਤੀ ਹੈ। 10 ਰੁਪਏ ਦੀ ਟਿਕਟ ਮਾਫ ਕਰਨ ਵਾਲੇ ਸਾਨੂੰ ਦਿੱਲੀ ਦੇ ਠੱਗ ਆ ਕੇ ਦੱਸਣ ਨਾ ਕਿ ਅਸੀਂ ਕੀ ਮਾਫ ਕੀਤਾ ਵਾ। 2800 ਬੱਸ ਚੱਲਦੀ ਹੈ ਪੰਜਾਬ ਗਵਰਨਮੈਂਟ ਦੀ ਪੂਰੇ ਪੰਜਾਬ ਦੇ ਵਿੱਚ, ਉਹਦੇ 'ਚ ਫ੍ਰੀ ਆ। ਜਿਹੜੀਆਂ ਸਾਡੀਆਂ ਲੋਕਲ ਬੱਸਿਸ ਦੇ ਪਰਮਿਟ ਦਿੱਤੇ ਗਏ ਆ, ਮਿਨੀ ਬੱਸਿਸ ਦੇ ਪਰਮਿਟ ਦਿੱਤੇ ਗਏ ਆ, ਉਹਨਾਂ 'ਚ ਫ੍ਰੀ ਹੋਊਗਾ ਸਫ਼ਰ। ਇਹ ਚੀਜ਼ਾਂ ਲੈ ਕੇ ਆ ਰਿਹਾ ਹਰਪ੍ਰੀਤ ਜੀ। ਗੱਲ ਇਹ ਆ AC ਬੱਸ ਜਾਂ ਬਾਕੀ ਚੀਜ਼ਾਂ ਦੇ ਸਫ਼ਰ ਦੀ ਗੱਲ ਮੈਂ ਨਹੀਂ ਕਰਦਾ, ਕਿਉਂਕਿ ਜਿੰਨੀ ਪੰਜਾਬ ਦੀ ਸਰਕਾਰ ਕੋਸ਼ਿਸ਼ ਕਰ ਸਕਦੀ ਸੀ ਬਲੀਵਾਲ ਸਾਹਿਬ ਇਹ ਸਟੇਟਮੈਂਟ ਦੁਬਾਰਾ ਠੀਕ ਕਰ ਦਿਓ ਕਿ ਮਿੰਨੀ ਬੱਸਾਂ ਦੇ ਵਿੱਚ ਇਹ ਬੱਸ ਸਫ਼ਰ ਮੁਫਤ ਹੈ। ਪੰਜਾਬ ਦੀਆਂ ਜਿੰਨੀ ਮਿੰਨੀ ਬੱਸਾਂ ਨੇ ਉਹਦੇ ਵਿੱਚ ਮੁਫਤ ਹੈ ਇਹ ਸਫ਼ਰ। ਮੈਂ ਇੱਕ ਬੜੀ ਦੁਰਸਤੀ ਦਾ ਗੱਲ ਕਹਿ ਰਿਹਾ, ਜਿਹੜੀ ਵੀ ਬੱਸ ਪੰਜਾਬ ਸਰਕਾਰ ਦੇ ਅਧੀਨ ਆਊਗੀ, ਚਾਹੇ ਉਹ ਵੱਡੀ ਹੈ ਚਾਹੇ ਛੋਟੀ ਹੈ, HVAC, ਵੋਲਵੋ ਤੇ ਤੀਸਰੀਆਂ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ 'ਚ ਸਫ਼ਰ ਜਿਹੜਾ ਵਾ ਅਸੀਂ ਉਹ ਫ੍ਰੀ ਰੱਖਿਆ ਗਿਆ ਵਾ। ਉਹੀ ਤਾਂ ਤਿੰਨੇ ਧਿਰਾਂ ਕਹਿ ਰਹੀਆਂ ਨੇ ਕਿ 70% ਤਾਂ ਪ੍ਰਾਈਵੇਟ ਰੂਟ ਚੱਲਦੇ ਨੇ, 30% ਸਰਕਾਰੀ ਚੱਲਦੇ ਨੇ, 30% 'ਚ ਵੀ ਛਾਨਣੀ ਲੱਗ ਗਈ ਹੈ, ਉਹਦੇ ਵਿੱਚ ਪਿੱਛੇ ਰਹਿ ਕੀ ਗਿਆ ਫਿਰ? ਨਹੀਂ ਦੇਖੋ, ਇੱਕ ਮੇਰੀ ਬੇਨਤੀ ਹੈ, ਜੇ ਅਸੀਂ 200 ਬੱਸ 'ਚ ਸਫ਼ਰ ਫ੍ਰੀ ਕੀਤਾ ਤਾਂ 2800 ਬੱਸ ਦੇ ਵਿੱਚ ਤਾਂ ਸਫ਼ਰ ਫ੍ਰੀ ਕਰਤਾ ਹੈ। ਤੁਸੀਂ ਉਹੀ ਗੱਲ ਕਰਦੇ ਹੋ ਕਿ ਇੱਕ ਬੰਦੇ ਦਾ ਮਿਲ ਗਿਆ 100 ਚੀਜ਼ਾਂ ਜਿਹੜੀਆਂ ਵਧੀਆ ਹੋਈਆਂ ਉਹ ਨਹੀਂ ਆਪਾਂ ਦੱਸਾਂਗੇ, ਇੱਕ ਚੀਜ਼ ਦੀ ਜਿਹੜੀ ਖਾਮੀ ਆ ਉਹ ਦੱਸਾਂਗੇ। ਪਰ ਫਿਰ ਵੀ ਫਿਰ ਗੱਲ ਤਾਂ ਉਹੀ ਆ ਗਈ ਨਾ, ਕੰਪੈਰੀਜ਼ਨ ਕਿਵੇਂ ਹੋ ਸਕਦਾ?
ਜਿਹੜੀ ਮੇਰੀ ਬਜ਼ੁਰਗ ਮਾਤਾ ਚੜੂਗੀ, ਮੇਰੀ ਭੈਣ ਚੜੂਗੀ, ਉਹ ਕੈਪਟਨ ਅਮਰਿੰਦਰ ਸਿੰਘ ਦਾ ਗੁਣਗਾਨ ਕਰੂਗੀ ਕਿ ਉਹਨੇ ਮੇਰੇ ਲਈ ਫ੍ਰੀ ਕੀਤਾ, ਮੇਰੇ ਭਰਾ ਬਣ ਕੇ ਉਸਨੇ ਇਹ ਕੰਮ ਦੇਖੋ ਗੱਲ ਇਹ ਆ ਦਿੱਲੀ ਦੀ ਇਹਨਾਂ ਨੇ ਗੱਲ ਕਰੀ, ਦਿੱਲੀ ਦੇ ਵਿੱਚ ਡੀਟੀਸੀ ਦਾ 5000 ਬੱਸਾਂ ਦਾ ਬੇੜਾ ਜਿਸ ਤਰੀਕੇ ਨਾਲ ਅਸੀਂ ਉੱਥੇ ਫ੍ਰੀ ਕੀਤਾ ਸੀ, ਟੋਟਲ ਫ੍ਰੀ ਕੀਤਾਗਾ। ਔਰ ਦਿੱਲੀ ਦੀ ਜਿੱਦਾਂ ਬੱਸਾਂ ਦੀ ਮੋਨੀਟਰਿੰਗ ਹੋ ਰਹੀ ਹੈ, ਉੱਥੇ ਕਮਾਂਡ ਕੰਟਰੋਲ ਸੈਂਟਰ ਬਣਾਇਆ, ਬਕਾਇਦਾ ਮਾਰਸ਼ਲਸ ਤਾਇਨਾਤ ਕੀਤੇ ਸੀਸੀਟੀਵੀ ਦੇ ਜ਼ਰੀਏ ਟੈਕਨੋਲੋਜੀ। ਇੱਕ ਮਿੰਟ ਜੀ ਬਈਆਲ ਸਾਹਿਬ, ਇੱਕ ਮਿੰਟ ਹੁਣ ਬੋਲਿਆ ਨਾ ਕਰੋ, ਵਿੱਚ ਨਾ ਬੋਲਿਆ ਕਰੋ ਬਈਆਲ ਸਾਹਿਬ, ਤੁਸੀਂ ਪੇਸ਼ੈਂਸ ਰੱਖੋ, ਤੁਹਾਨੂੰ ਮੈਂ ਸਾਰਾ ਜਵਾਬ ਦੇ ਕੇ ਜਾਊਂਗਾ। ਮੈਂ ਭੱਜਣ ਵਾਲਿਆਂ ਚੋਂ ਨਹੀਂ ਆ, ਮੈਂ ਪਿੱਠ ਦਿਖਾਉਣ ਵਾਲਿਆਂ ਚੋਂ ਨਹੀਂ, ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਦੂੰਗਾ। ਆਰਪੀਜੀ ਟਾਈਮ ਦੇਣ ਮੈਨੂੰ। ਇਹ ਨਾ ਦੱਸੋ ਨਾ ਲੋਕਲ ਤੁਸੀਂ ਜਦੋਂ ਮਰਜ਼ੀ ਮੈਨੀਫੈਸਟੋ ਵਿਚਾਲੇ ਰੱਖ ਕੇ ਮੇਰੇ ਕੋਲ ਨਾ ਸਮਾਂ ਘੱਟ ਆ, ਆਪਾਂ ਮੁੱਦੇ ਤੇ ਰਹੀਏ, ਮੁੱਦੇ ਤੇ ਰਹੀਏ। ਜਿਹੜੀ ਅੱਜ 10 ਰੁਪਏ ਦੀ ਟਿਕਟ ਬਈਆਲ ਸਾਹਿਬ ਰਾਜੇ ਬਣ ਗਏ। ਤੁਸੀਂ ਮੈਨੀਫੈਸਟੋ ਤੇ ਜਦੋਂ ਮਰਜ਼ੀ ਤੁਹਾਡੇ ਮੈਨੀਫੈਸਟੋ ਨੂੰ ਵਿਚਾਲੇ ਰੱਖ ਕੇ ਮੇਰੇ ਨਾਲ ਡਿਬੇਟ ਕਰ ਲਿਓ, ਵਨ ਔਨ ਵਨ। ਭੱਜਣ ਵਾਲਿਆਂ ਚੋਂ ਨਹੀਂ ਆ, ਚਲੋ ਆਪਣੇ ਕੋਲ ਸਮਾਂ ਅੱਜ ਜਿਹੜੀ ਪੀਆਰਟੀਸੀ ਦੀ ਹਾਲਤ ਆਰਪੀਜੀ ਉਹ ਕਿਸੇ ਤੋਂ ਛੁਪੀ ਨਹੀਂ ਹੈ। ਅੱਜ ਕਿੰਨੇ ਸੌ ਕਰੋੜ ਦਾ ਪੀਆਰਟੀਸੀ ਤੇ ਵਜਨ ਪੈ ਰਿਹਾ, ਪੀਆਰਟੀਸੀ ਦੇ ਮੁਲਾਜ਼ਮ ਲਗਾਤਾਰ ਧਰਨੇ ਦੇ ਰਹੇ ਨੇ, ਲਗਾਤਾਰ ਤਨਖਾਹਾਂ ਨਹੀਂ ਮਿਲ ਰਹੀਆਂ। ਤੁਸੀਂ ਦੇ ਖਿਲਾਫ ਹੋ, ਅਸੀਂ ਖਿਲਾਫ ਨਹੀਂ ਆ, ਫ੍ਰੀ ਮੁਫਤ ਦੇ ਖਿਲਾਫ ਹੋ ਤੁਸੀਂ। ਅਸੀਂ ਕਹਿ ਰਹੇ ਪਹਿਲਾਂ ਪੀਆਰਟੀਸੀ ਦੀ ਹਾਲਤ ਇੰਪਰੂਵ ਕਰੋ, ਔਰ ਤੁਸੀਂ ਜੇ ਦੇਣਾ ਹੀ ਹੈ ਤਾਂ ਪ੍ਰਾਈਵੇਟ ਬੱਸਾਂ ਦੇ ਨਾਲ ਕਰੋ, ਉਹਨਾਂ ਦਾ ਵਾਊਚਰ ਭਰ ਕੇ ਸ਼ਾਮ ਨੂੰ ਤੁਹਾਡੇ ਕੋਲ ਆਵੇ, ਸਰਕਾਰ ਉਹਨਾਂ ਨੂੰ ਪੇ ਕਰੇ, ਫਿਰ ਕੋਈ ਗੱਲ ਬਣੂਗੀ। ਬੱਸਾਂ ਜਿਹੜੀਆਂ ਹੈਗੀਆਂ ਬੱਸਾਂ ਰੁਕਣ ਤੇ ਔਰਤਾਂ ਨੂੰ ਉਹਨਾਂ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਹੋਵੇ। ਅੱਜ ਬੱਸਾਂ ਰੁਕੀ ਨਹੀਂ ਰਹੀਆਂ, ਅੱਜ ਬੱਸਾਂ ਰੁਕੀ ਨਹੀਂ ਰਹੀਆਂ, ਅੱਜ ਕਿਤੇ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਹੈ। ਚਲੋ ਮੇਰੇ ਕੋਲ ਸਮਾਂ ਘੱਟ ਹੈ। ਬਲੀਵਾਲ ਸਾਹਿਬ ਸਵਾਲ ਪੁੱਛ ਰਹੇ ਨੇ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਹਰ ਜਾਣ ਲਈ ਬੱਸਾਂ ਦਾ ਫ੍ਰੀ ਕਰੇਗੀ, ਪਰ ਇਹੀ ਤਾਂ ਗੱਲ ਇਹ ਵੀ ਹੈ, ਪੰਜਾਬ ਸਰਕਾਰ ਨੇ ਕਿਹੜਾ ਫ੍ਰੀ ਕਰਤੀਆਂ ਪੰਜਾਬ ਤੋਂ ਬਾਹਰ ਜਾਣ ਲਈ ਬੱਸਾਂ। ਮੈਂ ਤਾਂ ਦਿੱਲੀ ਦਾ ਸੁਭਾ ਨਹੀਂ ਮੈਂ ਬਈਆਲ ਸਾਹਿਬ ਤੋਂ ਇਹ ਪੁੱਛ ਰਿਹਾ, ਤੁਹਾਡੀ ਟਰਾਂਸਪੋਰਟ ਅੱਜ ਪਾਲਿਸੀ ਦਾ ਬਣਿਆ ਕੀ ਆ? ਬਈਆਲ ਸਾਹਿਬ ਤੁਹਾਡੀ ਟਰਾਂਸਪੋਰਟ ਪਾਲਿਸੀ ਦਾ ਕੀ ਬਣਿਆ? ਬਈਆਲ ਸਾਹਿਬ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਦਿਓ, ਤੁਸੀਂ ਮੇਰੀ ਗੱਲ ਦਾ ਜਵਾਬ ਦੇ ਦਿਓ। ਆਲਰੇਡੀ ਓਵਰ ਹੋ ਗਿਆ ਮੇਰੀ ਗੱਲ ਦਾ ਇੱਕ ਜਵਾਬ ਦੇ ਦਿਓ, ਤੁਸੀਂ ਕੀ ਕਰ ਰਹੇ ਸੀ? ਮਿੱਤਲ ਸਾਹਿਬ ਬਹੁਤ ਧੰਨਵਾਦ। ਹਾਈ ਕੋਰਟ ਨੇ ਤੁਹਾਨੂੰ ਕੀ ਕਿਹਾ? ਤਾਰੀ ਸਾਹਿਬ ਟਰਾਂਸਪੋਰਟ ਪਾਲਿਸੀ ਤੁਸੀਂ ਲੈ ਕੇ ਆਉਣੀ ਸੀ। ਠੀਕ ਹੈ, ਇੱਕ ਮਿੰਟ ਰੁਕੋ ਨਾ, 10 ਸੈਕਿੰਡ ਤਾਰੀ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਜਿਹੜੀ ਗੱਲ ਇਹਨਾਂ ਨੇ ਕਹੀ ਹੈ ਬਲੀਵਾਲ ਸਾਹਿਬ ਨੇ, ਤੁਸੀਂ ਮੁਖਾਲਫਤ ਕਰਦੇ ਹੋ ਇਸ ਫ੍ਰੀ ਬੱਸ ਸਫ਼ਰ ਦੀ? ਮੁਖਾਲਫਤ ਬਿਲਕੁਲ ਨਹੀਂ ਮੁਖਾਲਫਤ ਕਰਦੇ, ਪਰ ਅਸੀਂ ਇੱਕ ਗੱਲ ਸਾਡੀ ਬਿਲਕੁਲ ਕਲੀਅਰ ਵਿਜ਼ਨ ਹੈਗਾ। ਦੇਖ ਲਓ ਪਿਛਲੇ ਟਾਈਮ ਦੇ ਵਿੱਚ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਟਿਊਬਲਾਂ ਦੀ ਗੱਲ ਕੀਤੀ ਤਾਂ ਲਾਏ, ਉਹ ਕਿਸੇ ਦੇ ਉੱਤੇ ਵਜਨ ਨਹੀਂ ਪਾਇਆ ਗਿਆ। ਜੇ ਬਿਜਲੀ ਦੀ ਮਾਫੀ ਕੀਤੀ ਗਈ ਤਾਂ ਲੋਕਾਂ ਤੇ ਕੋਈ ਇਸ ਤਰ੍ਹਾਂ ਦਾ ਵਜਨ ਨਹੀਂ ਪਾਇਆ ਗਿਆ। ਚਾਹੇ ਗਰੀਬਾਂ ਲਈ ਬਿਜਲੀ ਮੁਫਤ ਕਰ ਗਈ, ਚਾਹੇ ਆਟੇ ਦਾਲ ਦੀ ਗੱਲ ਕਰੋ, ਚਾਹੇ ਕਿਸਾਨਾਂ ਦੇ ਟਿਊਬਲਾਂ ਦੀ ਗੱਲ ਕਰੋ, ਚਾਹੇ ਕਿਸਾਨਾਂ ਨੂੰ ਢਾਲ ਮਾਫ ਕਰਨ ਦੀ ਗੱਲ ਕਰੋ, ਜਾਂ ਕਿਸਾਨਾਂ ਦੇ ਹੋਰ ਬਹੁਤ ਸਾਰੇ ਕਿਸਾਨਾਂ ਦਾ ਟਰੈਕਟਰ ਹੈਗਾ ਜਿਹੜਾ ਉਹਨੂੰ ਗੱਡੇ ਦੇ ਰੂਪ ਦੇ ਵਿੱਚ। ਇੱਕ ਮਿੰਟ ਰੁਕੋ ਜੀ, ਇੱਕ ਮਿੰਟ ਤੁਸੀਂ ਹੁਣ ਰੁਕ ਜਾਓ। ਅਸੀਂ ਇਸ ਤੋਂ ਇਲਾਵਾ ਜੇ ਪੰਜਾਬ ਦੇ ਵਿੱਚ ਸੜਕਾਂ ਦੇ ਜਾਲ ਵਿਛਾਏ, ਜੇ ਪੰਜਾਬ ਦੇ ਵਿੱਚ ਏਮਜ਼ ਵਰਗੇ ਬਠਿੰਡਾ ਦੇ ਵਿੱਚ ਹਸਪੀਟਲ ਲੈ ਕੇ ਆਂਦੇ ਜਿਹੜੇ ਸਾਡੇ ਮੈਨੀਫੈਸਟੋ ਦੇ ਵਿੱਚ ਨਹੀਂ ਸੀ, ਅਸੀਂ ਇਹ ਜਿਹੜੇ ਕੰਮ ਕੀਤੇ ਹੈਗੇ। ਔਰ ਪੰਜਾਬ ਦੇ ਵਿੱਚ ਅੱਜ ਬਿਜਲੀ ਟ੍ਰਿਪ ਨਹੀਂ ਕਰਦੀ, ਇਹਨਾਂ ਦੇ ਰਾਜ ਦੇ ਵਿੱਚ ਬਿਜਲੀ ਕਦੇ ਆਈ ਨਹੀਂ ਸੀ ਸੁਣੀ। ਚਲੋ ਠੀਕ ਹੈ, ਦੂਜੀ ਗੱਲ ਮੈਂ ਕਰਦਾ, ਇੱਕ ਮਿੰਟ ਥੋੜੀ ਜੀ ਗੱਲ ਕਰਦਾ। ਦੇਖੋ ਇਹ ਬੋਲੀ ਜਾਂਦੇ, ਐ ਨਾ ਬੋਲਿਆ ਕਰੋ ਤੁਸੀਂ, ਇਸ ਤਰ੍ਹਾਂ ਬੋਲਿਆ ਕਰੋ। ਸਾਡੀ ਵਾਰੀ ਹੈ, ਮੈਂ ਤੁਹਾਡੀ ਗੱਲ ਦੇ ਵਿੱਚ ਬੋਲਿਆ ਨਹੀਂ ਹੈਗਾ। ਤੁਸੀਂ ਗੱਲ ਕਰਦਿਆ ਕਰੋ। ਤੁਸੀਂ ਚਿੜੀ ਦੇ ਦੇਖੋ, ਚਿੜੀ ਦੇ ਪੌਦੇ ਜਿੰਨੀ ਦਿੱਲੀ ਹੈਗੀ ਆ, ਜਿਹਦੇ ਵਿੱਚ ਤਿੰਨ ਗੱਲਾਂ ਕਰਕੇ ਰੌਲਾ ਪਾਉਂਦੇ ਫਿਰੀ ਜਾਂਦੇ। ਤੁਹਾਡੀ ਦਿੱਲੀ ਦੀ ਹਾਲਤ ਕੀ ਹੈਗੀ ਆ? ਕਿਤੇ ਦੁਨੀਆ ਦੇ ਉੱਤੇ ਨਹੀਂ ਹੈਗੀ, ਸਾਰੀ ਦੁਨੀਆ ਜਾਣਦੀ ਆ। ਤਿੰਨ ਗੱਲਾਂ ਤੇ ਬਿਨਾਂ ਗੱਲ ਕਰਕੇ ਦਿਖਾਓ। ਤੁਸੀਂ ਹੈਲਥ ਤੋਂ ਦੀ ਗੱਲ ਕਰਦੇ, ਤੁਸੀਂ ਤਿੰਨ ਗੱਲਾਂ ਕਰਦੇ ਆ, ਚੌਥੀ ਤੁਹਾਡੇ ਕੋਲ ਗੱਲ ਨਹੀਂ ਕਰਨ ਨੂੰ ਹੈਗੀ। ਤੁਸੀਂ ਦੱਸੋ ਧੰਨਵਾਦ, ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ, ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਬਹੁਤ ਧੰਨਵਾਦ। ਇਸ ਪੂਰੇ ਮੁੱਦੇ ਤੇ ਚਰਚਾ ਅਸੀਂ ਜਾਰੀ ਰੱਖਾਂਗੇ ਕਿਉਂਕਿ ਮੁੱਦੇ ਬਹੁਤ ਅਹਿਮ ਨੇ, ਪਰ ਇਸੇ ਗੱਲ ਦੇ ਉੱਤੇ ਜੇ ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਇਹ ਸਭ ਕੁਝ ਕਰਕੇ ਦਿਖਾਵਾਂਗੇ ਤਾਂ ਵਸੀਲੇ ਕਿੱਥੇ ਨੇ, ਇਹ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सहे चलती रहे।